ਅਸੀਂ ਗੋਲੀਆਂ ਟੈਸਟੋਸਟੇਰੋਨ ਦੀਆਂ ਖਾ ਕੇ ਆਉਂਦੇ ਹਾਂ ਜੀ, ਸਾਡੇ ਤਾਂ ਹੋਣਾ ਹੀ ਮੁੰਡਾ ਚਾਹੀਦਾ ਜਿਸ ਨਾਲ ਮਾਂ ਵੀ ਕੈਂਸਰ ਨਾਲ ਮਰੇ ਤੇ ਬੱਚੇ ਜਦੋਂ ਜੰਮਦੇ ਨੇ ਉਹ ਹੀਜੜੇ ਹੋਣ। ਮੈਨੂੰ ਦੱਸ ਦਿਓ ਕਿ ਅਸੀਂ ਕਿਸ ਪਾਸੇ ਨੂੰ ਚਾਲੇ ਪਾ ਰਹੇ ਹਾਂ। ਜਿਹੜੀਆਂ ਅੱਜ ਨੌਜਵਾਨ ਮੌਤਾਂ ਡਰੱਗਸ ਦੇ ਕਾਰਨ ਹੋ ਰਹੀਆਂ ਨੇ, ਸ਼ਾਇਦ ਅੰਦਾਜ਼ਾ ਨਾ ਹੋਵੇ ਇਹਨਾਂ 'ਚੋਂ ਜਿਹੜੇ ਡਰੱਗਸ IV ਅਬਿਊਜ਼ਰਸ ਨੇ। ਜ਼ਰਾ HIV ਦਾ ਜਿਸ ਦਿਨ ਸਮਝ ਆ ਗਈ ਨਾ, ਅੰਕੜੇ ਸਾਹਮਣੇ ਆਏ, ਤਾਂ ਇੱਥੇ ਲਾਸ਼ਾਂ ਦਿਸਣੀਆਂ ਨੇ ਜਿਹੜੀਆਂ ਗਿਣਤੀ ਵੀ ਨਹੀਂ ਹੋ ਸਕਣੀਆਂ। ਅੱਗੇ ਤਾਂ ਕਹਿੰਦੇ ਸਾਂ ਚਿੱਟੀਆਂ ਚੁੰਨੀਆਂ ਦੀ ਭਰਮਾਰ ਦਿਸਣੀ ਹੈ, ਹੁਣ ਤੇ ਬਰਾਬਰ ਦੀਆਂ ਉਹੀ ਬੇਟੀਆਂ ਵੀ ਉਸੇ ਤਰ੍ਹਾਂ ਲਾਸ਼ਾਂ ਵਿਛਣਗੀਆਂ ਜਿਸ ਤਰੀਕੇ ਦੀ HIV ਇਸ ਵੇਲੇ ਸਾਡੇ ਅੰਦਰ ਪਹੁੰਚੀ ਪਈ ਜੇ। ਪਰ ਮਾਹਵਾਰੀ ਦੌਰਾਨ ਜੋ ਵਰਤਦੀਆਂ ਨੇ ਉਹਨਾਂ ਰਾਹੀਂ ਕਿਸ ਤਰੀਕੇ ਅੰਦਰ ਉਹਨਾਂ ਦੇ ਜਾ ਰਿਹਾ, ਅੱਤ ਹੋਈ ਪਈ ਜੇ। ਜਿਸ ਤਰੀਕੇ ਅੰਦਰੂਨੀ ਅੰਗਾਂ 'ਤੇ ਇਸ ਵੇਲੇ ਟੀਕੇ ਲੱਗ ਰਹੇ ਨੇ, ਜਿਵੇਂ ਦਾ ਹੁਣ ਹਾਲ ਆ ਚੁੱਕਾ, ਇਸ ਤੋਂ ਵੱਧ ਨਿਗਾਰ ਆ ਨਹੀਂ ਸਕਦੀ। ਕੋਈ ਵੀ ਅੱਜ ਰਾਜ ਕਰਨ ਵਾਲਾ ਸੋਚਦਾ ਹੈ ਮੈਂ ਅੱਖਾਂ ਮੀਟ ਕੇ ਆਪਣਾ ਸਮਾਂ ਟਪਾ ਲਵਾਂ, ਤਾਂ ਫਿਰ ਅੱਗੋਂ ਕਿਹਨਾਂ 'ਤੇ ਰਾਜ ਕਰਨਾ? ਇੱਥੇ ਰਾਜ ਕਰਨਾ ਲਾਸ਼ਾਂ 'ਤੇ ਤਾਂ ਨਹੀਂ ਨਾ। ਗਿਣਤੀ ਸਾਡੀ ਸਗੋਂ ਘਟ ਰਹੀ ਹੈ। ਜੇ ਸਾਨੂੰ ਨਹੀਂ ਸਮਝ ਆ ਰਹੀ ਤਾਂ ਇਹ ਸਿਆਸਤਦਾਨ ਜ਼ਰਾ ਕਿ ਇੱਥੇ ਤਾਂ ਹੱਥ ਹੀ ਜੋੜ ਕੇ ਨਿਕਲਣ, ਕਿਉਂਕਿ ਉਹਨਾਂ ਦੇ ਅੱਗੋਂ ਬੱਚੇ ਜੋ ਉਮੀਦ ਵੀ ਰੱਖਦੇ ਨੇ ਇੱਥੇ ਰਾਜ ਕਰਨ ਯੋਗ ਨਹੀਂ ਰਹਿਣੇ। ਇੱਥੇ ਉਹੀ ਰਾਜ ਕਰਨਗੇ ਜਿਨ੍ਹਾਂ ਦੀ ਗਿਣਤੀ ਵੱਧ। ਕਿ 7ਵੀਂ 8ਵੀਂ ਜਮਾਤ ਦੇ ਬੱਚਿਆਂ ਵਿੱਚ ਉਹ ਚੀਜ਼ ਫੈਟੀ ਲਿਵਰ ਗ੍ਰੇਡ 1 ਆਉਣੇ ਸ਼ੁਰੂ ਹੋ ਗਏ ਨੇ। ਆਪਣਾ ਲਾਈਫ ਸਟਾਈਲ ਚੇਂਜ ਕਰਨਾ ਨਹੀਂ ਚਾਹੁੰਦੇ, ਜਿਸ ਵਿੱਚ ਭੁੱਲ ਰਹੇ ਨੇ ਕਿ ਉਹਨਾਂ ਦਾ ਬੱਚਾ ਸ਼ਾਇਦ 20 ਜਾਂ 30 ਵਰੇ ਛੋਟੀ ਉਮਰ ਵਿੱਚ ਉਸ ਤੋਂ ਪਹਿਲਾਂ ਮਰੇਗਾ ਅਸਲ ਉਮਰ 'ਚ। ਜਿੱਥੇ ਸਰੀਰਕ ਸਿਹਤ ਠੀਕ ਨਾ ਹੋਏ, ਜਿੱਥੇ ਮਾਨਸਿਕ ਐਡਾ ਜ਼ਬਰਦਸਤ ਪ੍ਰੈਸ਼ਰ ਹੋਵੇ, ਇਹ ਇੱਕ ਯਾਨੀ ਪ੍ਰੀ ਰਿਕੁਇਜ਼ਿਟ ਬਣ ਜਾਂਦਾ ਸਡਨ ਹਾਰਟ ਅਟੈਕ। ਨਹੀਂ 6ਵੀਂ 7ਵੀਂ ਜਮਾਤ ਦੇ ਬੱਚੇ ਪੈਟਰੋਲ ਸਨਿਫਿੰਗ ਵਰਗੀਆਂ ਚੀਜ਼ਾਂ ਜੋ ਪਹਿਲਾਂ ਕਰਦੇ ਹੁੰਦੇ ਸਨ, ਅੱਜ ਨਹੀਂ ਪੁਰਾਣੇ, ਉਹ ਹੁਣ ਦੱਸਦੇ ਨੇ ਕਿ ਕਿਵੇਂ ਰਾਤ ਪਿਓ ਨੇ ਜਿਹੜੀ ਸ਼ਰਾਬ ਪੀਤੀ, ਅਸੀਂ ਕਿਵੇਂ ਉਹਦੇ ਬਾਕੀ ਬਚੀ ਨੂੰ ਆਪਣੀ ਵਾਟਰ ਬੋਟਲ ਵਿੱਚ ਪਾ ਕੇ ਲਿਜਾਂਦੇ ਹਾਂ ਅਤੇ ਕਿਵੇਂ ਅਸੀਂ ਦੁਪਹਿਰ ਦੇ ਲੰਚ ਟਾਈਮ ਉਹ ਪੀ ਲੈਂਦੇ ਹਾਂ। ਇਹ ਕੇਸ ਆ ਚੁੱਕਾ ਸਾਡੇ ਤਾਂ ਦਿਲ ਦੀ ECG ਵੀ ਨਹੀਂ ਉਸ ਤਰ੍ਹਾਂ ਤੁਰਦੀ ਕਿ ਸਿੱਧੀ ਲਾਈਨ ਆ ਜਾਏ ਤੇ ਮੌਤ ਜੇ। ਜ਼ਿੰਦਗੀ ਉਤਾਰ ਚੜਾਅ ਦਾ ਨਾਂ ਹੈ। ਸਾਡੇ ਬੱਚਿਆਂ ਨੂੰ ਉਤਾਰ ਤਾਂ ਅਸੀਂ ਸਿਖਾਇਆ ਹੀ ਨਹੀਂ। ਕਾਕਾ ਹਾਰਨਾ ਇੱਕ ਜ਼ਿੰਦਗੀ ਦਾ ਅਹਿਮ ਰੰਗ ਹੈ। ਉਹੀ ਜਿਹੜੀ ਤੁਹਾਨੂੰ ਸਿਖਾਏਗੀ ਚੀਜ਼ ਕਿ ਤੁਸੀਂ ਅਗਾਂਹ ਦੀਆਂ ਔਕੜਾਂ ਕਿਵੇਂ ਸਰ ਕਰਨੀ। ਆਏ ਦਿਨ ਸਾਨੂੰ ਕੋਈ ਨਾ ਕੋਈ ਖਬਰ ਸੁਣਨ ਨੂੰ ਮਿਲਦੀ ਹੈ ਕਿ ਨੌਜਵਾਨ ਮੌਤਾਂ ਹੋ ਰਹੀਆਂ ਨੇ, ਹਾਰਟ ਅਟੈਕ ਹੋ ਰਿਹਾ ਹੈ। ਔਰ ਖਾਸ ਤੌਰ ਦੇ ਉੱਤੇ ਜੇ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਵਿਦੇਸ਼ਾਂ ਦੇ ਵਿੱਚੋਂ ਵੀ ਹੁਣ ਇਹ ਖਬਰਾਂ ਅਕਸਰ ਰੋਜ਼ ਸੁਣਨ ਨੂੰ ਮਿਲਦੀਆਂ ਨੇ ਕਿ ਨੌਜਵਾਨ ਹਾਲ ਹੀ ਦੇ ਵਿੱਚ ਵਿਦੇਸ਼ ਗਿਆ ਸੀ ਔਰ ਉੱਥੇ ਉਸਦੀ ਹਾਰਟ ਅਟੈਕ ਦੇ ਨਾਲ ਦਿਲ ਦੇ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ। ਕੀ ਕਾਰਨ ਨੇ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਜਿੱਥੇ ਉਹਨਾਂ ਨੂੰ ਤੰਦਰੁਸਤ ਹੋਣਾ ਚਾਹੀਦਾ ਹੈ, ਜਿੱਥੇ ਉਹਨਾਂ ਨੂੰ ਸਿਹਤਯਾਬ ਹੋਣਾ ਚਾਹੀਦਾ ਹੈ, ਉਹ ਕਿਉਂ ਇਹਨਾਂ ਬਿਮਾਰੀਆਂ ਦੇ ਵਿੱਚ ਲੱਗਣ ਲੱਗ ਗਈ ਹੈ, ਇਹਨਾਂ ਬਿਮਾਰੀਆਂ ਦੇ ਵਿੱਚ ਧੱਸਦੀ ਹੋਈ ਨਜ਼ਰ ਆ ਰਹੀ ਹੈ? ਇਸ ਬਾਬਤ ਗੱਲਬਾਤ ਕਰਾਂਗੇ। ਸਾਡੇ ਨਾਲ ਬੱਚਿਆਂ ਦੇ ਰੋਗੀ ਦੇ ਮਾਹਿਰ ਡਾਕਟਰ ਹਰਸ਼ਿੰਦਰ ਕੌਰ ਹੋਣੀ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ TV ਤੇ। ਬਹੁਤ ਧੰਨਵਾਦ ਜੀ ਗਗਨ, ਤੁਸੀਂ ਸਾਰਾ ਦਿਨ ਭੱਜ ਦੌੜ ਦੇ ਵਿੱਚੋਂ ਮੈਨੂੰ ਆਪਣੀ TV ਤੇ ਕੀਮਤੀ ਸਮਾਂ ਦੇ ਰਹੇ ਹੋ, ਬਹੁਤ ਧੰਨਵਾਦ। ਮੈਮ ਤੁਹਾਡਾ ਵੀ ਧੰਨਵਾਦ, ਤੁਸੀਂ ਕੀਮਤੀ ਸਮਾਂ ਸਾਨੂੰ ਕੱਢ ਕੇ ਦੇ ਰਹੇ ਹੋ ਬਕਾਇਦਾ। ਮੈਮ ਜਿਵੇਂ ਮੈਂ ਜ਼ਿਕਰ ਕੀਤਾ ਕਿ ਅੱਜ ਦੇ ਬੱਚਿਆਂ ਦੇ ਜੇ ਅਸੀਂ ਗੱਲ ਕਰੀਏ ਸਿਹਤ ਦੀ, ਤਾਂ ਜਿੱਥੇ ਸਾਨੂੰ ਇਹ ਖਬਰਾਂ ਸੁਣਨ ਨੂੰ ਮਿਲਣੀਆਂ ਚਾਹੀਦੀਆਂ ਕਿ ਬੱਚੇ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ, ਖੇਡਾਂ ਦੇ ਵਿੱਚ ਜਾ ਰਹੇ ਨੇ, ਉਹਨਾਂ ਦੀ ਸਿਹਤ ਚੰਗੀ ਹੈ, ਪਰ ਇਹ ਖਬਰਾਂ ਹੁਣ ਕਿਉਂ ਕੰਨਾਂ ਦੇ ਵਿੱਚ ਹਰ ਰੋਜ਼ ਪੈਂਦੀਆਂ ਨੇ ਕਿ ਬੱਚਿਆਂ ਦੀ ਹਾਰਟ ਅਟੈਕ ਦੇ ਨਾਲ ਮੌਤਾਂ ਹੋ ਰਹੀਆਂ ਨੇ, ਔਰ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ? ਜੀ ਬਿਲਕੁਲ। ਦਰਅਸਲ ਮੇਰਾ ਖਿਆਲ ਨਾ ਤੁਸੀਂ ਨਾ ਮੈਂ ਉਹਨਾਂ ਕੇਸਿਸ ਨੂੰ ਸਾਂਭਿਆ ਜੇ, ਪਰ ਕੁਝ ਖਬਰਾਂ ਜੋ ਨਿੱਤਰ ਕੇ ਪਹੁੰਚ ਰਹੀਆਂ ਨੇ ਉਹ ਵਾਕਈ ਕੁਝ ਸਾਨੂੰ ਚਿੰਤਾ ਵਿੱਚ ਪਾਉਂਦੀਆਂ ਨੇ, ਕਿਉਂਕਿ ਜੋ ਮੈਡੀਕਲ ਲਿਟਰੇਚਰ ਵਿੱਚ ਉਹ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਵਿੱਚ ਜ਼ਿਆਦਾਤਰ, ਮੈਂ ਕਿਉਂਕਿ ਆਪ ਨਹੀਂ ਸਾਂ, ਮੈਂ ਪ੍ਰੌੜਤਾ ਨਹੀਂ ਕਰ ਸਕਦੀ ਸੱਚ ਜਾਂ ਝੂਠ ਜਾਂ ਕਿੰਨੀ ਕੁ ਚੀਜ਼ ਹੈ, ਪਰ ਆਮ ਤੌਰ 'ਤੇ ਜੇ ਅਸੀਂ ਵਿਦੇਸ਼ਾਂ ਦਾ ਮੈਡੀਕਲ ਲਿਟਰੇਚਰ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਜੋ ਫਾਈਜ਼ਰ ਦੇ ਜੋ ਵੀ ਕੁਝ ਸਾਡੇ ਸਾਹਮਣੇ ਆਇਆ, ਉੱਥੋਂ ਦੇਖ ਕੇ ਜੋ ਅੱਗੇ ਸਾਡੀ ਸੋਚ ਸੀ ਕਿ ਜੋ ਕੁਝ ਵੀ ਉੱਥੋਂ ਆਉਂਦਾ ਹਮੇਸ਼ਾ ਹੀ ਠੀਕ ਹੁੰਦਾ ਵਰਗੀ ਗੱਲ ਨਹੀਂ, ਪਰ ਇਸ ਵੇਲੇ ਜੋ ਨਿੱਤਰ ਕੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਜ਼ਿਆਦਾਤਰ
ਕਿ ਇੱਕਦਮ ਬਦਲੇ, ਠੰਡ ਹੈ, ਨਵਾਂ ਮਾਹੌਲ, ਕੋਈ ਸੇਧ ਦੇਣ ਵਾਲਾ ਨਹੀਂ, ਕੁਝ ਚਿੰਤਾਵਾਂ, ਕੁਝ ਜਾ ਕੇ ਸ਼ਾਇਦ ਸੁਪਨੇ ਹੋਰ ਲੈ ਕੇ ਗਿਆ ਹੁੰਦਾ ਤੇ ਉੱਥੇ ਜਾ ਕੇ ਕੁਝ ਹੋਰ ਅਸਲੀਅਤ ਦਿਖਦੀ ਹੈ। ਉਹ ਸਾਰਾ ਕੁਛ ਤੇ ਜੋ ਕੁਛ ਵੀ ਉਹਦਾ ਪਿਛੋਕੜ ਜਿਵੇਂ ਦਾ ਵੀ, ਉਹ ਜਿਹੜਾ ਧੱਕਾ ਹੁੰਦਾ ਹੈ ਜਾਂ ਕਈ ਵਾਰ ਕੁਛ ਦੋਸਤਾਂ ਮਿੱਤਰਾਂ ਵੱਲੋਂ ਜਾਂ ਕੁਝ ਵੀ ਜਿਸ ਕਾਰਨ ਜੋ ਉੱਥੇ ਕਿਹਾ ਜਾਂਦਾ ਹੈ ਕਿ ਇਹ ਡਰੱਗਸ ਉੱਥੇ ਵਾਕਈ ਇੱਕ ਮਤਲਬ ਜੋ ਇਹਨਾਂ ਨੇ ਕਿਹਾ ਤਾਂ ਹੜ੍ਹ ਲਫ਼ਜ਼ ਹੀ ਇਹ ਕਹਿੰਦੇ ਨੇ, ਓਪੀਓਇਡ ਦਾ ਹੜ੍ਹ ਆਇਆ ਪਿਆ। ਹੁਣ ਉੱਥੇ ਜਿਸ ਤਰੀਕੇ ਦਾ ਇਹ ਇਸ ਵੇਲੇ ਡਰੱਗਸ ਅਵੇਲੇਬਲ ਨੇ, ਉਹਨਾਂ ਵਿੱਚ ਕਾਫੀ ਕੁਝ ਰਲਵਾਂ ਮਿਲਵਾਂ ਵੀ ਮਿਲਦਾ ਜੇ, ਜਿਨ੍ਹਾਂ ਦੀ ਮਾਤਰਾ ਉਹ ਸਹੀ ਨਾ ਹੋਣ ਕਾਰਨ ਇਹ ਚੀਜ਼ਾਂ ਵਿੱਚ ਜਾ ਰਹੇ ਨੇ। ਉਸ ਤੋਂ ਇਲਾਵਾ ਜੇ ਆਪਾਂ ਕਾਰਨ ਲੱਭੀਏ, ਹਾਲਾਂਕਿ ਦੁਨੀਆ ਭਰ ਵਿੱਚ ਨੰਬਰ 1 ਕਾਰਨ ਐਕਸੀਡੈਂਟਲ ਮੌਤਾਂ ਹੀ ਗਿਣੀਆਂ ਜਾਂਦੀਆਂ ਨੇ, ਨੌਜਵਾਨਾਂ ਦੀਆਂ ਜਿਹੜੀਆਂ ਨੇ। ਉਹਨਾਂ ਤੋਂ ਇਲਾਵਾ ਸਾਡੀ ਸਰੀਰਕ ਬਣਤਰ 'ਚ ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਹੀ ਲੈ ਜਾਂਦੀ ਹਾਂ ਕਿ ਜਿਵੇਂ ਬਾਹਰਲੇ ਮੁਲਕਾਂ ਵਿੱਚ ਜਦੋਂ ਜਾਂਦੇ ਹਾਂ, ਉੱਥੇ ਖੇਡਾਂ ਨੂੰ ਬੜੀ ਪ੍ਰਾਇੋਰਟੀ ਦਿੱਤੀ ਜਾਂਦੀ ਜੀ। ਸਾਡੇ ਖਿਮਾ ਕਰਿਓ, ਮੈਂ ਬਤੌਰ ਬੱਚਿਆਂ ਦੀ ਡਾਕਟਰ ਦੱਸ ਰਹੀ ਹਾਂ, ਇਹੋ ਜਿਹੇ ਵੀ ਕੇਸ ਆਉਂਦੇ ਨੇ ਜਿੱਥੇ ਕੁਝ VVIPs ਆਪਣੇ ਬੇਟੀਆਂ ਨੂੰ ਜਾਂ ਬੇਟਿਆਂ ਨੂੰ ਲਿਆਉਣਗੇ, ਅੱਜ ਸਾਹ ਚੜ੍ਹ ਗਿਆ ਜੀ, ਇਹਨੂੰ 3 ਵਾਰ ਪੌੜੀਆਂ ਚੜ੍ਹਨੀਆਂ ਪਈਆਂ ਸਕੂਲ ਦੀਆਂ, ਯਾਨੀ ਅਸੀਂ ਇਹ ਵੀ ਸ਼ਿਕਾਇਤ ਲਾ ਰਹੇ ਹਾਂ ਕਿ ਸਕੂਲ ਵਿੱਚ ਲਿਫਟ ਹੋਣੀ ਚਾਹੀਦੀ ਹੈ, ਕਿਉਂ ਨਹੀਂ ਸੀ ਵਰਕਿੰਗ, ਜਾਂ ਇਹ ਕਹਿਣਾ ਜੀ ਅੱਜ AC ਇੱਕ ਕਲਾਸ 'ਚ ਬੰਦ ਹੋ ਗਿਆ ਤੇ ਸਾਡੇ ਬੱਚੇ ਨੂੰ ਘਬਰਾਹਟ ਇੰਨੀ ਹੈ। ਨਹੀਂ, ਅਸੀਂ ਆਪਣੇ ਬੱਚੇ ਬਹੁਤ ਸੋਹਲ ਬਣਾ ਰਹੇ ਹਾਂ। ਤੇ ਖਿਮਾ ਕਰਿਓ, ਜੇ ਅਸੀਂ ਕਹਿ ਦਈਏ ਨਾ ਕਿ ਸਕੂਲ 'ਚ ਕਿਰਤ ਦਾ ਕੰਮ ਕਿ ਬੱਚੇ ਆਪਣੀ ਬੈਠਣ ਵਾਲੀ ਸੀਟ ਆਪ ਸਾਫ਼ ਕਰਨ, ਤਾਂ ਯਕੀਨਨ ਹੋ ਹੱਲਾ ਨੈਸ਼ਨਲ ਪੱਧਰ ਤੇ ਹੋ ਜਾਣਾ ਜੀ। ਤੁਸੀਂ ਬੱਚਿਆਂ ਨੂੰ ਤੁਸੀਂ ਬਾਲ ਮਜ਼ਦੂਰੀ ਕਰਾ ਦਿੱਤੀ, ਜੋ ਕਿ ਉਹਨਾਂ ਦੇ ਸਗੋਂ ਕਰਿਕੂਲਮ ਵਿੱਚ ਸ਼ਾਮਲ ਹੋਣਾ ਚਾਹੀਦਾ ਕਿ ਭਈ ਸਫਾਈ ਕੀ ਕਰਨੀ ਹੁੰਦੀ ਹੈ, ਹੱਥੀਂ ਕਿਰਤ ਦਾ ਕੀ ਮਤਲਬ ਹੈ। ਇੰਨੀ ਕੁ ਗੱਲ ਨਾਲ ਤੁਸੀਂ ਇੱਕ ਮਾਲਕ ਨੌਕਰ ਦਾ ਜੋ ਤੁਸੀਂ ਬਣਾ ਦਿੱਤਾ ਵਿਤਕਰਾ, ਉਹ ਖਤਮ ਹੋ ਜਾਣਾ, ਕਿਉਂਕਿ ਬੱਚੇ ਨੂੰ ਪਤਾ ਹੈ ਵੀ ਹੱਥੀਂ ਕੰਮ ਕਰਨ ਵਾਲਾ ਨੀਵਾਂ ਨਹੀਂ ਹੁੰਦਾ ਤੇ ਇਹ ਸਾਡਾ ਫਰਜ਼ ਹੈ ਸਫਾਈ ਕਰਨੀ। ਸੋ ਉਹ ਚੀਜ਼ ਸਾਡੇ ਮਨਫੀ ਹੈ। ਖੇਡਣੀ ਤਾਂ ਦੂਰ ਦੀ ਗੱਲ, ਜਿਹੜਾ ਬੰਦਾ 2 ਵਾਰ ਪੌੜੀਆਂ ਚੜ੍ਹਨ ਉਤਰਨ ਨਾਲ, ਸਾਹ ਚੜ੍ਹਨ ਨਾਲ ਹਸਪੀਟਲ ਆ ਰਿਹਾ ਹੋਵੇ, ਉਹਦੀ ਖੁਰਾਕ ਵੱਲ ਧਿਆਨ ਕਰਿਓ, ਜਿਸ 'ਚ ਸਬਜ਼ੀਆਂ ਨਦਾਰਦ ਨੇ, ਫਲ ਨਦਾਰਦ ਹੈ, ਮਾਂ ਪਿਓ ਵੀ ਉਸੇ ਤਰ੍ਹਾਂ ਰੁਝੇਵਿਆਂ ਵਿੱਚ ਤੇ ਬੱਚੇ ਵੀ ਬਹੁਤਾ ਜਿਵੇਂ ਫਾਸਟ ਫੂਡਸ ਵੱਲ ਉਹਨਾਂ ਦਾ ਰੁਝਾਨ ਬਣਦਾ ਜਾਂਦਾ। ਸੋ ਉਹਦੇ ਵਿੱਚ ਜਿਹੜੀ ਅੱਗੇ ਅਸੀਂ ਗੱਲ ਕਰਦੇ ਸੀ ਇੱਕ ਤਰਫਾ ਕਿ ਬਹੁਤ ਜ਼ਿਆਦਾ ਖੁਰਾਕ ਦਾ ਘਾਟਾ, ਦੂਜੇ ਪਾਸੇ ਓਬੈਸਿਟੀ ਦੀ ਇੱਕ ਤਰੀਕੇ ਮੋਟਾਪੇ ਦੀ ਸਾਡੀ ਉਹ ਇੱਕ ਤਰੀਕੇ ਹੋੜ ਹੀ ਲੱਗੀ ਪਈ ਹੈ, ਰੇਸ ਲਾ ਰਹੇ ਨੇ ਕੌਣ ਕਿਸੇ ਤੋਂ ਵੱਧ ਜਾਏਗਾ ਜੀ। ਔਰ ਮੈਮ ਜੇ ਮੈਂ ਜ਼ਿਕਰ ਕਰਾਂ, ਜਿਸ ਤਰੀਕੇ ਨਾਲ ਤੁਸੀਂ ਵੀ ਗੱਲ ਕਰ ਰਹੇ ਹੋ ਸੈਡੈਂਟਰੀ ਲਾਈਫ ਸਟਾਈਲ ਦੀ, ਓਬੈਸਿਟੀ ਦੀ ਤੁਸੀਂ ਜ਼ਿਕਰ ਕੀਤਾ, ਤਾਂ ਕਿਵੇਂ ਜਿਵੇਂ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਚਲੋ 75-80 ਦੇ ਵਿੱਚ ਜਾ ਕੇ ਬਿਮਾਰੀਆਂ ਕੁਝ ਲੱਗਦੀਆਂ ਨੇ, ਇਸ ਏਜ ਗੈਪ ਦੇ ਵਿੱਚ, ਇਸ ਏਜ ਗਰੁੱਪ ਦੇ ਵਿੱਚ ਆ ਕੇ ਇਹਨਾਂ ਚੀਜ਼ਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਪਰ ਜਿਹੋ ਜਿਹਾ ਹੁਣ ਮੌਜੂਦਾ ਹਾਲਾਤ ਨੇ, ਕਿ ਇਹ ਹੁਣ ਅੱਗੇ ਸ਼ਿਫਟ ਹੋ ਜਾਊਗਾ, ਬੱਚੇ ਛੇਤੀ ਬੁੱਢੇ ਹੁੰਦੇ ਹੋਏ ਨਜ਼ਰ ਆ ਰਹੇ ਹਨ? ਬਿਲਕੁਲ, ਦੇਖੋ ਜੋ ਅਸੀਂ 75 ਸਾਲ ਤੇ ਅੱਜ ਦੇ ਦਿਨ ਵੀ ਇਹੀ ਕਹਿੰਦੇ ਆ ਕਿ ਪ੍ਰੀ ਮੈਚਿਓਰ, ਯਾਨੀ ਉਹਨੂੰ ਅਸੀਂ ਮੌਤ ਜਿਹੜੀ ਹੁਣ ਕੁਦਰਤੀ ਤੌਰ ਤੇ ਦੁਨੀਆ ਭਰ ਵਿੱਚ ਅਸੀਂ ਯੂਥ ਨੂੰ 65 ਤੱਕ ਲੈ ਗਏ ਆ ਜੀ, ਵੀ 65 ਸਾਲ ਤੱਕ ਜਵਾਨ ਹੈ ਬੰਦਾ, ਯੂਥ ਹੈ। ਉਸ ਤੋਂ ਬਾਅਦ ਮਿਡਲ ਏਜ ਆਂਦੀ ਜੇ 85 ਤੱਕ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਕਿ ਹਾਂਜੀ ਇਹ 올ਡ ਏਜ ਸ਼ੁਰੂ ਹੋਈ। ਹੁਣ ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਮੌਤਾਂ ਸਾਡੇ ਇੱਥੇ 50 ਵਰੇ ਵੀ ਨਹੀਂ ਪੂਰੇ ਹੋ ਰਹੇ, ਉਸ ਤੋਂ ਪਹਿਲਾਂ ਜਾ ਰਹੀਆਂ ਨੇ, ਤੇ ਜਿੰਨਿਆਂ ਦੇ ਵਿੱਚ ਵੀ ਅਸੀਂ ਲੱਭ ਰਹੇ ਹਾਂ ਛੋਟੀ ਉਮਰੇ ਇਹਨਾਂ ਦੇ ਵਿੱਚ ਸ਼ੂਗਰ ਦੀ ਬਿਮਾਰੀ, ਬਲੱਡ ਪ੍ਰੈਸ਼ਰ ਦੀ ਬਿਮਾਰੀ, ਗੁਰਦਿਆਂ ਦੇ ਰੋਗ, ਜਿਗਰ ਦੇ ਰੋਗ। ਮੈਂ ਤੁਹਾਨੂੰ ਬੜੀ ਹੈਰਾਨੀ ਵਾਲੀ ਗੱਲ ਦੱਸਦੀ ਹਾਂ, ਜਿਹੜੀ ਅਸੀਂ ਅੱਜ ਕੱਲ੍ਹ ਸਾਡੇ ਰਿਸਰਚ ਪੇਪਰ ਚੱਲ ਰਿਹਾ ਜੀ, ਅਸੀਂ ਆਮ ਸਕੂਲੀ ਬੱਚਿਆਂ ਵਿੱਚ ਫੈਟੀ ਲਿਵਰ ਦੇ ਅਸੀਂ ਟੈਸਟ ਜਦੋਂ ਕਰਵਾਉਂਦੇ ਹਾਂ, ਅਲਟਰਾਸਾਊਂਡਸ ਦੇ ਵਿੱਚ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ 7ਵੀਂ 8ਵੀਂ ਜਮਾਤ ਦੇ ਬੱਚਿਆਂ ਵਿੱਚ ਉਹ ਚੀਜ਼ ਫੈਟੀ ਲਿਵਰ ਗ੍ਰੇਡ 1 ਆਉਣੇ ਸ਼ੁਰੂ ਹੋ ਗਏ ਨੇ, ਜੋ ਕਿ ਉਹਨਾਂ ਦੀ ਜਦੋਂ ਖੁਰਾਕ ਪੁੱਛੋ ਤੇ ਜੇ ਤੁਸੀਂ ਮਾੜਾ ਜਿਹਾ ਵੀ ਠੀਕ ਕਰਨਾ ਸ਼ੁਰੂ ਕਰੋ ਕਿ ਬਈ ਖੁਰਾਕ ਇਹ ਹੋਣੀ ਚਾਹੀਦੀ ਹੈ, ਤਾਂ ਮਾਪੇ ਇਹ ਤਰਜੀਹ ਦਿੰਦੇ ਨੇ ਕਿ ਡਾਕਟਰ ਬਦਲ ਲੈਂਦੇ, ਪਰ ਸਾਡੀ ਖੁਰਾਕ ਉਹੀ ਰਹਿਣੀ ਚਾਹੀਦੀ। ਯਾਨੀ ਉਹ ਚੀਜ਼ ਸਮਝਣ ਨੂੰ ਵੀ ਤਿਆਰ ਨਹੀਂ, ਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਆਪਣਾ ਰੂਟੀਨ, ਸਾਡੇ ਰੁਝੇਵੇਂ ਉਹਨਾਂ ਵਿੱਚ ਸਾਨੂੰ ਇਹ ਸੂਟ ਕਰਦਾ ਕਿ ਸਵੇਰੇ ਇਹਨੇ ਬ੍ਰੈਡ ਹੀ ਖਾਣੀ ਹੈ, ਨਾਲ ਉੱਥੇ ਸੈਂਡਵਿਚ ਵੀ ਲਿਜਾਊਗਾ ਜਾਂ 버ਗਰ ਖਾ ਲੇਗਾ ਜਾਂ ਪਿਜ਼ਾ ਖਾ ਲੇਗਾ, ਰਾਤ ਦੀਆਂ ਪਾਰਟੀਜ਼ ਨੇ। ਸੋ ਉਹ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਨਹੀਂ ਚਾਹੁੰਦੇ, ਜਿਸ ਵਿੱਚ
ਭੁੱਲ ਰਹੇ ਨੇ ਕਿ ਉਹਨਾਂ ਦਾ ਬੱਚਾ ਸ਼ਾਇਦ 20 ਜਾਂ 30 ਵਰੇ ਛੋਟੀ ਉਮਰ ਵਿੱਚ ਉਸ ਤੋਂ ਪਹਿਲਾਂ ਮਰੇਗਾ ਅਸਲ ਉਮਰ 'ਚੋਂ। ਯਾਨੀ ਜਿਸ ਬੱਚੇ ਨੇ 80 ਤੇ ਜਾਣਾ, ਜੇ ਉਹ 50 ਤੇ ਤੁਰ ਰਿਹਾ ਤਾਂ ਨੁਕਸਾਨ ਕਿਸ ਦਾ ਹੋ ਰਿਹਾ। ਸੋ ਇਹ ਚੀਜ਼ ਦੀ ਸਮਝ ਸਾਨੂੰ ਨਹੀਂ ਰਹੀ। ਹੁਣ ਇੱਕ ਬੱਚਾ ਐਕਸੀਡੈਂਟਲੀ, ਮੈਂ ਹੁਣ ਐਗਜ਼ਾਮਪਲ ਦਿੰਦੀ ਹਾਂ ਕਿ ਤੁਸੀਂ ਕਿਹਾ ਬਾਹਰ ਜਾ ਕੇ ਮੌਤਾਂ ਹੋ ਰਹੀਆਂ। ਇੱਕ ਬੱਚਾ ਇਹ ਸੁਪਨਾ ਲੈ ਕੇ ਗਿਆ ਕਿ ਮੈਂ ਇੱਥੋਂ ਹੁਣ ਚੱਲਿਆ ਜਿੱਥੇ ਮੈਂ ਡਾਲਰ ਲਾ ਲੈਣੇ ਨੇ, ਦਰਖਤਾਂ ਤੇ ਲੱਗੇ ਨੇ। ਸੋ ਉਹਨੇ ਆਪਣਾ ਸਾਰਾ ਕੁਝ ਇੱਥੋਂ ਮਾਪਿਆਂ ਤੇ ਪ੍ਰੈਸ਼ਰ ਪਾ ਕੇ ਵਿਕਵਾ ਦਿੱਤਾ। ਮਾਪਿਆਂ ਤੇ ਦਾ ਦਬਾਅ ਬਹੁਤ ਕਿ ਭਾਈ ਭੈਣ ਦਾ ਵਿਆਹ ਕਰਨਾ, ਤੂੰ ਜਾਣਾ, ਉੱਥੋਂ ਜਾਂਦੇ ਸਰ ਦੇਖੀ ਤੈਨੂੰ ਜਿੰਨੇ ਵੀ ਹੁੰਦੇ ਆ ਇਮੀਡੀਏਟਲੀ ਭੇਜੀ, ਸਾਰਾ ਟੱਬਰ ਜਾਣਾ। ਯਾਨੀ ਉਹ ਸੀਕੁਐਂਸ ਵਾਈਜ਼ ਦੇ ਤੁਰਿਆ। ਹੁਣ ਉਹ ਬੱਚਾ ਉੱਥੇ ਗਿਆ, ਉਹਨੂੰ ਦਿਸਿਆ ਕਿ ਇਹਦਾ ਰਹਿਣਾ ਹੀ ਐਡਾ ਮਹਿੰਗਾ, ਮੈਂ ਕਿਸ ਤਰੀਕੇ ਕਮਾਣਾ, ਕਿਤੇ ਨੌਕਰੀ ਇਸ ਤਰ੍ਹਾਂ ਹੱਥ 'ਚ ਨਹੀਂ ਧਰੀ ਤੇ ਮੇਰੇ ਲਈ ਤਾਂ ਇਹ ਬਹੁਤ ਔਖਾ ਹੈ ਤੇ ਪਿੱਛੇ ਤਾਂ ਹੋਰ ਪੈਸੇ ਹੈ ਨਹੀਂ ਭੇਜਣ ਨੂੰ, ਕੀ ਕਰਾਂ। ਤੇ ਉਹ ਜਿਹੜਾ ਇੱਕ ਪ੍ਰੈਸ਼ਰ ਏ, ਜਿੱਥੇ ਸਰੀਰਕ ਸਿਹਤ ਠੀਕ ਨਾ ਹੋਏ, ਜਿੱਥੇ ਮਾਨਸਿਕ ਐਡਾ ਜ਼ਬਰਦਸਤ ਪ੍ਰੈਸ਼ਰ ਹੋਵੇ, ਇਹ ਇੱਕ ਯਾਨੀ ਪ੍ਰੀ ਰਿਕੁਇਜ਼ਿਟ ਬਣ ਜਾਂਦਾ ਸਡਨ ਹਾਰਟ ਅਟੈਕਸ ਜਾਂ ਉਹਦੇ ਤੇ ਉੱਪਰੋਂ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉੱਥੇ ਤੁਹਾਨੂੰ ਲੱਗਦਾ ਹੈ ਕਿ ਮੈਂ ਤਣਾਅ ਘਟਾਵਾਂਗਾ ਜਾਂ ਮੈਂ ਇਹ ਸ਼ਾਇਦ ਠੰਡ ਤੋਂ ਇੱਥੋਂ ਬਚਾਂ ਜਾਂ ਜੋ ਵੀ ਉਹ ਚੀਜ਼ ਕਰਨੀ ਚਾਹਵੇ ਜਾਂ ਦੋਸਤਾਂ ਵੱਲੋਂ ਹੀ, ਕਿਉਂਕਿ ਬਹੁਤ ਸਾਰੇ ਜਿਹੜੇ ਇੱਥੋਂ ਭੇਜਣ ਵਾਲੇ ਏਜੰਟ ਨੇ ਉਸੇ ਤਰ੍ਹਾਂ ਹੀ ਉੱਥੇ ਵੀ ਸਰਗਰਮ ਨੇ। ਬਹੁਤ ਸਾਰੇ ਇਹੋ ਜਿਹੇ ਸਰਗਨਾ ਜਿਹੜੇ ਸਿਰਫ ਹੀ ਡਰੱਗਸ ਦੇ ਨਾਲ ਕੰਮਕਾਰ ਕਰ ਰਹੇ ਨੇ। ਹਾਲਾਂਕਿ ਉੱਥੇ ਤਾਂ ਕਈ ਚੀਜ਼ਾਂ ਲੀਗਲਾਈਜ਼ ਹੀ ਨੇ, ਆਪਣੇ ਤਾਂ ਇੱਥੇ ਫੇਰ ਭਾਵੇਂ ਉਸ ਉੱਤੇ ਪਾਬੰਦੀ ਆ, ਉੱਥੇ ਤਾਂ ਖੁੱਲੇ ਤੌਰ ਦੇ ਉੱਤੇ ਇਹ ਚੀਜ਼ਾਂ ਨੂੰ ਤੁਸੀਂ ਸੇਵਨ ਕਰ ਸਕਦੇ ਹੋ। ਬਿਲਕੁਲ। ਸੋ ਉਹ ਚੀਜ਼ਾਂ ਕਈ ਵਾਰ ਜ਼ਰੂਰੀ ਨਹੀਂ ਕਿ ਬੱਚਾ ਪੀਂਦਾ ਹੀ ਹੋਏ, ਧੋਖੇ ਨਾਲ ਵੀ ਉਹਨੂੰ ਦਿੱਤੀਆਂ ਜਾਂਦੀਆਂ ਨੇ। ਐਂਡ ਸ਼ਾਇਦ ਕਿਸੇ ਨੂੰ ਲੱਗੇ ਕਿ ਬੜੀ ਅਬਨੋਰਮਲ ਜੀ ਗੱਲ ਹੈ, ਤਾਂ ਮੈਂ ਤੈਨੂੰ ਇੱਥੋਂ ਤੱਕ ਦੇ ਕੇਸਿਸ ਸਾਡੇ ਕੋਲ ਸੁਣਾ ਦਿੰਦੇ ਹਾਂ ਕਿ 6ਵੀਂ 7ਵੀਂ ਜਮਾਤ, ਕੋਈ ਵੱਡੀ ਦੀ ਗੱਲ ਨਹੀਂ, 6ਵੀਂ 7ਵੀਂ ਜਮਾਤ ਦੇ ਬੱਚੇ ਪੈਟਰੋਲ ਸਨਿਫਿੰਗ ਵਰਗੀਆਂ ਚੀਜ਼ਾਂ ਜੋ ਪਹਿਲਾਂ ਕਰਦੇ ਹੁੰਦੇ ਸਨ, ਅੱਜ ਨਹੀਂ ਪੁਰਾਣੇ, ਉਹ ਹੁਣ ਦੱਸਦੇ ਨੇ ਕਿ ਕਿਵੇਂ ਰਾਤ ਪਿਓ ਨੇ ਜਿਹੜੀ ਸ਼ਰਾਬ ਪੀਤੀ, ਅਸੀਂ ਕਿਵੇਂ ਉਹਦੇ ਬਾਕੀ ਬਚੀ ਨੂੰ ਆਪਣੀ ਵਾਟਰ ਬੋਟਲ ਵਿੱਚ ਪਾ ਕੇ ਲਿਜਾਨੇ ਆ ਤੇ ਕਿਵੇਂ ਅਸੀਂ ਦੁਪਹਿਰ ਦੇ ਲੰਚ ਟਾਈਮ ਉਹ ਪੀ ਲੈਂਦੇ ਆ। ਇਹ ਕੇਸ ਆ ਚੁੱਕਾ ਸਾਡੇ ਕੋਲ। ਅੱਛਾ। ਸੋ ਇਹ ਮਤਲਬ ਜਿਨ੍ਹਾਂ ਨੂੰ ਇਹ ਲੱਗਦਾ ਹੋਏ ਕਿ ਬੜੀ ਅਬਨੋਰਮਲ ਜੀ ਚੀਜ਼ ਹੈ, ਮੈਂ 6ਵੀਂ 7ਵੀਂ ਜਮਾਤ ਦੀ ਗੱਲ ਕਰ ਰਹੀ ਹਾਂ ਕਿ ਉਹ ਵੀ ਇਸ ਤਰੀਕੇ ਦੀਆਂ ਚੀਜ਼ਾਂ ਆਜ਼ਮਾ ਰਹੇ ਨੇ, ਕਿਤੇ ਬਾਹਰੋਂ ਨਹੀਂ। ਯਾਨੀ ਉਹਨਾਂ ਨੂੰ ਘਰ ਵਿੱਚ ਐਗਜ਼ਾਮਪਲ ਮਿਲਦਾ ਕਿ ਇਹ ਚੀਜ਼ ਕਰਨੀ ਹੈ, ਉੱਥੋਂ ਹੀ ਉਹ ਸਿੱਖ ਰਹੇ ਨੇ। ਮੈਮ ਫਿਰ ਕੀ ਲੱਗਦਾ ਹੈ ਕਿ ਤਸਵੀਰ ਕੀ ਬਣੂਗੀ ਇਹਨਾਂ ਬੱਚਿਆਂ ਦੀ, ਔਰ ਕੀ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਮਹਿਫੂਜ਼ ਨੇ ਕਿ ਜਿਸ ਤਰੀਕੇ ਨਾਲ ਅਸੀਂ ਜਾਣੇ ਜਾਂਦੇ ਸੀ ਪੰਜਾਬੀ ਆਪਣੀ ਸਿਹਤ ਕਰਕੇ, ਆਪਣੇ ਸਰੀਰਾਂ ਕਰਕੇ, ਕੀ ਉਹ ਚੀਜ਼ਾਂ ਕੁਝ ਬਚਣਗੀਆਂ ਜਾਂ ਨਹੀਂ ਬਚਣਗੀਆਂ? ਦੇਖੋ ਗਗਨ, ਜਦੋਂ ਔਖੇ ਸਮੇਂ ਹੁੰਦੇ ਨੇ ਨਾ, ਉਹਨਾਂ ਵਿੱਚੋਂ ਲੋਕ ਬੜੇ ਸਟਰੋਂਗ ਤਗੜੇ ਨਿਕਲਦੇ ਨੇ, ਕਿਉਂਕਿ ਉਹਨਾਂ ਦੇ ਮਨਾਂ ਵਿੱਚ ਹੁੰਦਾ ਕਿ ਮੈਂ ਕਿਸੇ ਵੀ ਤਰੀਕੇ ਇਸ 'ਚ ਜੀਉਣਾ। ਉਹ ਸਰਵਾਈਵਲ ਇੰਸਟਿੰਕਟ ਉੱਥੋਂ ਸ਼ੁਰੂ ਹੁੰਦੀ ਹੈ, ਇੰਸਟਿੰਕਟ ਉੱਥੋਂ ਹੀ ਉਤਰਦੀ ਹੈ ਕਿ ਮੈਂ ਤਾਂ ਹਰ ਹਾਲ ਵਿੱਚ ਜੀਣਾ। ਉਹ ਕਿੰਨਾ ਹੀ ਔਖਾ ਸਮਾਂ, ਭਾਈ ਪਾਣੀ ਸਾਰਾ ਦਿਨ ਨਹੀਂ ਮਿਲਣਾ, ਰੋਟੀ ਇੱਕ ਵੇਲੇ ਮਿਲਣੀ ਜਾਂ ਹੋ ਸਕਦਾ 4 ਦਿਨ ਬਾਅਦ ਮਿਲਣੀ ਹੈ, ਤਾਂ ਉਹ ਬੰਦਾ ਆਪ ਜੂਝਣ ਲਈ ਉਹਦਾ ਸਰੀਰ ਮਾਨਸਿਕ ਪੱਖੋਂ ਵੀ ਤੇ ਸਰੀਰਕ ਪੱਖੋਂ ਵੀ ਉਹ ਬੰਦਾ ਤਿਆਰ ਹੁੰਦਾ, ਉਹ ਲੜਦਾ, ਉਹ ਜੂਝਦਾ। ਜਦੋਂ ਤੁਹਾਨੂੰ ਬਣੀ ਬਣਾਈ ਚੀਜ਼ ਸੌਖੇ ਸਮੇਂ ਹੁੰਦੇ ਨੇ, ਤੁਸੀਂ ਧਿਆਨ ਮਾਰਿਓ ਇਤਿਹਾਸ ਪੂਰੇ ਵਿੱਚ ਜਿੰਨਾ ਵੀ ਪਿਛਾਂਹ ਜਾਣਾ, ਉਹ ਕ੍ਰਾਂਤੀ ਨਹੀਂ ਲਿਆ ਸਕਦੇ। ਉਹ ਕਮਜ਼ੋਰ ਲੋਕ ਹੁੰਦੇ ਨੇ ਜਿਨ੍ਹਾਂ ਨੂੰ, ਜਿਵੇਂ ਮੈਂ ਦੱਸਿਆ, ਪੌੜੀ ਚੜ੍ਹ ਗਏ ਤੇ ਉਹਨਾਂ ਨੂੰ ਹੱਫ ਗਏ, ਸਾਹ ਚੜ੍ਹ ਗਿਆ। ਅਸੀਂ ਪੰਜਾਬੀ ਜੋ ਬਹੁਤ ਜ਼ਿਆਦਾ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਸਾਂ, ਰਾਤਾਂ ਘੋੜਿਆਂ ਤੇ ਲੰਘਾਉਣ ਵਾਲੇ ਸਾਂ, ਭੁੱਖੇ ਢਿੱਡ ਲੈ ਕੇ ਅਸੀਂ ਲੜ ਸਕਦੇ ਸਾਂ। ਸਾਡੇ ਤਾਂ ਨਿੱਕੇ ਨਿੱਕੇ ਬੱਚਿਆਂ ਨੇ ਦਿਖਾਇਆ ਸੀ ਕਿ ਕਿਵੇਂ ਤੁਸੀਂ ਠੰਡ ਦੇ ਵਿੱਚ ਵੀ ਅਣਖ ਨਹੀਂ ਛੱਡ ਸਕਦੇ। ਇਹ ਜਿੱਥੇ ਵਰਲਡ ਵਾਰ 1 ਵਿੱਚ ਇਹਨਾਂ ਨੇ ਦਿਖਾ ਦਿੱਤਾ, ਭੁੱਖੇ ਭਾਣੇ ਰਹਿ ਕੇ ਇਹ ਤਗੜੇ ਜੁੱਸੇ ਵਾਲੇ, ਜਿਨ੍ਹਾਂ ਨੂੰ ਅੱਜ ਤੱਕ ਦੁਨੀਆ ਭੁਲਾ ਨਹੀਂ ਸਕੀ। ਇਹ ਸਾਡਾ ਪਿਛੋਕੜ ਸੀ, ਕਿਉਂਕਿ ਅਸੀਂ ਜੂਝਦੇ ਰਹੇ ਹਾਂ, ਔਖੇ ਸਮੇਂ ਅਸੀਂ ਜਰਦੇ ਰਹੇ ਹਾਂ, ਸਿਰਾਂ ਦੇ ਮੁੱਲ ਪਾਉਂਦੇ ਰਹੇ ਹਾਂ, ਤਾਂ ਉਹ ਸਾਨੂੰ, ਅਸੀਂ ਉਹਨਾਂ ਵਿੱਚੋਂ ਤਾਕਤ ਲੈਂਦੇ ਸਾਂ। ਮਾਨਸਿਕ ਪੱਖੋਂ ਤਗੜੇ ਸਾਂ, ਸਰੀਰਕ ਪੱਖੋਂ ਵੀ ਤਗੜੇ ਸਾਂ, ਸਾਨੂੰ ਪਤਾ ਸੀ ਅਸੀਂ ਜੂਝਣਾ। ਅਸੀਂ ਉਹ ਸਾਰੀ ਦੀ ਸਾਰੀ ਰਿਵਰਸ ਕਰ ਦਿੱਤੀ ਮੁਫਤਖੋਰੀ 'ਚ। ਆਹ ਚੀਜ਼ਾਂ ਬੈਠੋ ਤੇ ਮੁਫਤ ਲੈ ਲਓ, ਚਾਹ ਲੈ ਲਓ, ਪੱਤੀ ਲੈ ਲਓ, ਵੈਸੇ ਹੀ ਪੈਸੇ ਲੈ ਲਵੋ, ਬਹਿ ਜਾਓ। ਇਹ ਸਾਡੀਆਂ ਜੜ੍ਹਾਂ 'ਚ ਤੇਲ ਜੇ। ਹੁਣ ਇਹਦੇ ਨਾਲ ਜ਼ਰਾ ਧਿਆਨ ਕਰੋ ਕਿ ਅਸੀਂ ਸਾਰੇ ਦੇ ਸਾਰੇ ਸੁਖਾਲੇ ਸਮੇਂ ਆਪਣੇ ਅੰਦਰ ਇਸ ਵੇਲੇ ਸਮੇਟ ਰਹੇ ਹਾਂ। ਨਾ ਸਿਰਫ ਆਪ,
ਬਲਕਿ ਬੱਚਿਆਂ ਨੂੰ ਬੈਠ ਜਾ ਭਾਈ, ਏਸੀ ਚਲਾਣਾ, ਉੱਠ ਕੇ ਨਾ ਜਾਣਾ ਪਵੇ, ਉਹ ਵੀ ਰਿਮੋਟ ਨਾਲ, ਕਾਰ ਵੀ ਖੁੱਲ ਜਾਏ ਸਾਡੀ ਰਿਮੋਟ ਨਾਲ, ਪੌੜੀਆਂ ਵੀ ਨਹੀਂ ਚੜ੍ਹਨੀਆਂ, ਅਸੀਂ ਬਾਹਰ ਬੱਚੇ ਵੀ ਖੇਡਣ ਲਈ ਨਹੀਂ ਭੇਜਣੇ ਕਿ ਇਹਨਾਂ ਨੂੰ ਬਹਿ ਜਾਓ ਤੁਸੀਂ ਇੱਥੇ ਬੈਠ ਕੇ ਵੀਡੀਓ ਗੇਮਸ ਖੇਡ ਲਓ। ਹੁਣ ਇਸ ਸਾਰੇ ਦੇ ਵਿੱਚੋਂ ਤੁਸੀਂ ਬੱਚੇ ਕੰਪਲੇਨ ਕੀ ਕਰਦੇ ਨੇ, ਧਿਆਨ ਕਰਿਓ। ਅੱਜ ਜੀ 6 ਘੰਟੇ ਲਾਈਟ ਨਹੀਂ ਰਹੀ, ਇਹ ਤਾਂ ਤਬਾਹੀ ਮਚ ਗਈ ਹੈ। ਇਹ ਕੰਪਲੇਂਟਸ ਨਾਲ ਤਰਥੱਲੀ ਮਚ ਜਾਂਦੀ ਹੈ, ਚੁਫੇਰੇ ਕੀ, WhatsApp ਕੀ, Twitter ਕੀ, ਲਾਈਟ 5 ਘੰਟੇ ਨਹੀਂ ਰਹੀ, ਇੰਨੀ ਵੱਡੀ ਆਫਤ ਕਿ ਜਿਹਨੂੰ ਅਸੀਂ ਸੋਚਦੇ ਹਾਂ ਪਰਲੋ ਡਿੱਗਣ ਲੱਗੀ ਜੀ। ਹੁਣ ਇਸ ਤਰੀਕੇ ਦੀ ਸਾਡੀ ਸੋਚ, ਜਿਹਦੇ ਵਿੱਚ ਅਸੀਂ ਬੈਠ ਕੇ ਸਿਰਫ ਖਾਣਾ ਚਾਹੁੰਦੇ ਹਾਂ, ਬਿਨਾਂ ਮਿਹਨਤ ਕੀਤਿਆਂ ਸਾਨੂੰ ਮਿਲ ਜਾਏ ਸਾਰਾ ਕੁਝ, ਤੇ ਉਸ ਤੋਂ ਉੱਪਰ ਅਸੀਂ ਕੀ ਕਰਦੇ ਹਾਂ, ਵੋਟ ਕਿਸ ਨੂੰ ਪਾਵਾਂਗੇ? ਜ਼ਰਾ ਕੁ ਗੌਰ ਕਰਿਓ, ਲੱਗੇਗਾ ਮਾੜਾ, ਹਕੀਕਤ ਹੈ, ਸੱਚ ਮਾੜਾ ਲੱਗਦਾ ਵੀ ਜਦੋਂ ਅਸੀਂ ਕਾਨੂੰਨ ਤੋੜੀਏ ਤੇ ਸਾਡਾ ਜਿਹੜਾ ਵੀ MLA ਸਾਡੇ ਉਸ ਤੋੜੇ ਕਾਨੂੰਨ ਦੀ ਹਮਾਇਤ ਕਰ ਜਾਵੇ ਤਾਂ ਫਿਰ ਅਸੀਂ ਉਹਨੂੰ ਵੋਟ ਪਾ ਦਿਆਂਗੇ, ਖਾਣਿਆ ਵੀ ਸਾਡੀ ਸੁਣਵਾਈ ਕਰਦਾ। ਬਿਲਕੁਲ। ਸੋ ਸਾਡੀ ਸੋਚ ਸੀਮਤ ਹੈ ਕਿ ਅਸੀਂ ਕਿਸ ਤਰ੍ਹਾਂ ਕਰਪਸ਼ਨ ਚੋਂ ਜਾਂ ਕਿਸ ਤਰ੍ਹਾਂ ਕਾਨੂੰਨ ਤੋੜਨ ਦੇ ਵਿੱਚੋਂ ਜਦੋਂ ਸਾਡੀ ਹਮਾਇਤ ਹੋ ਜਾਏ, ਜਿੱਥੇ MLA ਵੀ ਜਾਇਜ਼ ਠਹਿਰਾਵੇ ਤੇ ਸਾਡੀ ਗਲਤ ਗੱਲ ਵੀ ਜਾਇਜ਼ ਹੋ ਜਾਏ, ਅਸੀਂ ਉਸੇ ਨੂੰ ਵੋਟ ਪਾ ਕੇ ਜਿਤਾਵਾਂਗੇ। ਸਾਡੀ ਸੋਚ ਇੱਥੇ ਤੱਕ ਸੀਮਤ ਹੈ ਤੇ ਉਹ ਬੱਚਾ ਜੋ ਘਰ ਵਿੱਚ ਪਲ ਰਿਹਾ ਕੀ ਸਮਝ ਕੇ ਤੁਰੇ ਕਿ ਸਾਡੀ ਅਹਿਮੀਅਤ ਉਹਦੇ ਤੇ ਅਸੀਂ ਕਾਨੂੰਨ ਤੋੜੀਏ ਤੇ ਫਿਰ ਉਹਦੇ ਵਿੱਚ ਛਾਤੀ ਠੋਕ ਕੇ ਕਹੀਏ ਦੇਖਿਆ ਅਸੀਂ ਆ ਹੁੰਨੇ ਆ। ਤੇ ਜ਼ਰਾ ਪੁਰਾਣੇ ਸਮਿਆਂ 'ਚ ਝਾਤ ਮਾਰਿਓ ਕਿ ਅਸੀਂ ਸੀਸ ਤਲੀ ਤੇ ਧਰ ਕੇ ਜਾਨਾਂ ਦੇਣ ਵਾਲੇ ਹਾਂ। ਜ਼ਰਾ ਤਬਦੀਲੀ ਦੇਖਦੇ ਹੋ, ਇਹ ਤਬਦੀਲੀ ਲਿਆਉਣ ਵਾਲੇ ਕੌਣ ਸਨ? ਤੇ ਉਹੀ ਨੇ ਜਿਹੜੇ ਹੁਣ ਸਾਡੇ ਜੜ੍ਹਾਂ 'ਚ ਤੇਲ ਪਾ ਚੁੱਕੇ ਨੇ ਤੇ ਅਸੀਂ ਖੁਸ਼ ਹਾਂ। ਮੁਫਤ ਜਿੱਥੋਂ ਮਿਲੇਗਾ ਅਸੀਂ ਬਹਿ ਜਾਵਾਂਗੇ। ਖਿਮਾ ਕਰਿਓ, ਇਹ ਤਾਂ ਗਿਰਾਵਟ ਦੀ ਸਿਖਰ ਆ ਚੁੱਕੀ ਜੇ। ਜਿਹੜੀਆਂ ਅੱਜ ਨੌਜਵਾਨ ਮੌਤਾਂ ਡਰੱਗਸ ਦੇ ਕਾਰਨ ਹੋ ਰਹੀਆਂ ਨੇ, ਸ਼ਾਇਦ ਅੰਦਾਜ਼ਾ ਨਾ ਹੋਵੇ ਇਹਨਾਂ 'ਚੋਂ ਜਿਹੜੇ ਡਰੱਗਸ IV ਅਬਿਊਜ਼ਰਸ ਨੇ। ਜ਼ਰਾ HIV ਦਾ ਜਿਸ ਦਿਨ ਸਮਝ ਆ ਗਈ ਨਾ, ਅੰਕੜੇ ਸਾਹਮਣੇ ਆਏ, ਤਾਂ ਇੱਥੇ ਲਾਸ਼ਾਂ ਦਿਸਣੀਆਂ ਨੇ ਜਿਹੜੀਆਂ ਗਿਣਤੀ ਵੀ ਨਹੀਂ ਹੋ ਸਕਣੀਆਂ। ਅੱਗੇ ਤਾਂ ਕਹਿੰਦੇ ਸਾਂ ਚਿੱਟੀਆਂ ਚੁੰਨੀਆਂ ਦੀ ਭਰਮਾਰ ਦਿਸਣੀ ਹੈ, ਹੁਣ ਤੇ ਬਰਾਬਰ ਦੀਆਂ ਉਹੀ ਬੇਟੀਆਂ ਵੀ ਉਸੇ ਤਰ੍ਹਾਂ ਲਾਸ਼ਾਂ ਵਿਛਣਗੀਆਂ। ਜਿਸ ਤਰੀਕੇ ਦੀ HIV ਇਸ ਵੇਲੇ ਸਾਡੇ ਅੰਦਰ ਪਹੁੰਚੀ ਪਈ ਜੇ, ਉਹ ਅੰਕੜੇ ਅਜੇ ਲੁਕੇ ਨੇ ਕਿਉਂਕਿ ਸਾਨੂੰ ਉਹਨੂੰ ਦੱਸਣ ਦੀ ਇਜਾਜ਼ਤ ਨਹੀਂ। ਪਰ ਇਹ ਅੰਦਰ ਜਿਹੜੇ ਲਈ ਬੈਠੇ ਨੇ, ਜਦੋਂ ਇਹ ਅਗਲੇ 5 ਜਾਂ 6 ਜਾਂ 10 ਵਰਿਆਂ ਬਾਅਦ ਇਹ ਮਰਨ ਲੱਗੇ, ਫਿਰ ਦੇਖ ਲਿਓ ਇੱਥੇ ਲੱਭਣਾ ਕੌਣ। ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਵੀਡੀਓਜ਼ ਅਕਸਰ ਅਸੀਂ ਦੇਖਣ ਨੂੰ ਸਾਨੂੰ ਮਿਲ ਜਾਂਦੀਆਂ ਕਿ ਕੁੜੀਆਂ ਵੀ ਇੰਜੈਕਸ਼ਨ ਲਗਾ ਰਹੀਆਂ ਨੇ। ਮੁੰਡੇ ਤਾਂ ਚਲੋ ਪਹਿਲਾਂ ਲਗਾਉਂਦੇ ਦੇਖਦੇ ਸੀ ਅਸੀਂ, ਹੁਣ ਕੁੜੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ। ਬਿਲਕੁਲ, ਪਰ ਅੱਤ ਇਹ ਹੋਈ ਪਈ ਹੈ ਕਿ ਅੱਜ ਕੱਲ੍ਹ ਜਿਵੇਂ ਉਹ ਕਰ ਰਹੀਆਂ ਨੇ ਕੁਝ ਵੈਜਾਈਨਲ ਟੈਂਪੂਨਸ ਰਾਹੀਂ, ਕਿ ਕਿਸ ਤਰੀਕੇ ਮਾਵਾਂ ਜਾਂ ਪਿਓਆਂ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ। ਜਦੋਂ ਉਹਨਾਂ ਨੂੰ ਦੱਸੀਦਾ ਕਿ ਉਹਦੇ ਲੱਛਣ ਦਿਸਣ ਲੱਗ ਗਏ ਨੇ, ਨਾ ਜੀ 24 ਘੰਟੇ ਦੂਰ ਆ, ਪਰ ਮਾਹਵਾਰੀ ਦੌਰਾਨ ਜੋ ਵਰਤਦੀਆਂ ਨੇ ਉਹਨਾਂ ਰਾਹੀਂ ਕਿਸ ਤਰੀਕੇ ਅੰਦਰ ਉਹਨਾਂ ਦੇ ਜਾ ਰਿਹਾ, ਅੱਤ ਹੋਈ ਪਈ ਜੇ। ਜਿਸ ਤਰੀਕੇ ਅੰਦਰੂਨੀ ਅੰਗਾਂ ਤੇ ਇਸ ਵੇਲੇ ਟੀਕੇ ਲੱਗ ਰਹੇ ਨੇ, ਜਿਵੇਂ ਦਾ ਹੁਣ ਹਾਲ ਆ ਚੁੱਕਾ, ਇਸ ਤੋਂ ਵੱਧ ਨਿਗਾਰ ਆ ਨਹੀਂ ਸਕਦੀ। ਪਰ ਅਫਸੋਸ ਮੈਨੂੰ ਸੱਚਮੁੱਚ ਦੱਸਦਿਆਂ ਤਕਲੀਫ ਹੀ ਹੁੰਦੀ ਹੈ। ਮੈਂ ਬਹੁਤ ਚੀਜ਼ਾਂ ਦੀ ਸਿਫਤ ਕਰਦੀ ਹਾਂ ਕਿ ਸਾਡੇ ਸਰਕਾਰੀ ਪੱਧਰ 'ਤੇ ਕਈ ਚੀਜ਼ਾਂ ਵਾਕਈ ਕੁਝ ਵੱਖ ਹੋਈਆਂ ਨੇ, ਪਰ ਜਿਹੜਾ ਇਹ ਨੁਕਤਾ ਜੇ ਨਾ ਕਿ ਅਸੀਂ ਉਹਨਾਂ ਨੂੰ ਫੜ ਲਵਾਂਗੇ ਜਿਹੜੇ ਨਸ਼ੇ ਕਰਦੇ ਨੇ ਤੇ ਫਿਰ ਅਸੀਂ ਐਡਵਰਟਾਈਜ਼ਮੈਂਟ ਕਰ ਦਾਂਗੇ ਬਹੁਤ ਕਮਾਲ ਕਰ ਲਿਆ ਜੀ, ਇਹਦੇ ਨਾਲ ਕੀ ਫੜ ਰਹੇ? ਉਹ ਮਰੀਜ਼ ਨੇ, ਉਹ ਰੋਗੀ ਨੇ, ਕਿ ਮਰੀਜ਼ਾਂ ਦੀ ਨੁਮਾਇਸ਼ ਕਰਦੇ ਆ, ਫਿਰ ਉਹਨਾਂ ਦੀਆਂ ਐਡਵਰਟਾਈਜ਼ਮੈਂਟਸ ਕਰਦੇ ਆ ਅਸੀਂ ਨਸ਼ੇ ਰੋਕ ਲਏ। ਨਸ਼ੇ ਰੋਕਣੇ ਉਹਨਾਂ 'ਤੇ ਨੇ ਜਿਹੜੇ ਆਪ ਸਰਗਨਾ ਬਣੇ ਨੇ, ਜਿਨ੍ਹਾਂ ਦੇ ਖਬਰਾਂ ਹੀ ਛਪ ਚੁੱਕੀਆਂ ਕਿ ਸਿਆਸਤਦਾਨ ਹੀ ਉਹਨਾਂ ਨੂੰ ਸ਼ਹਿ ਦੇ ਰਹੇ ਨੇ। ਫੜਨਾ ਤੇ ਉੱਥੇ ਚਾਹੀਦਾ, ਜਾਨਾਂ ਨਾਲ ਤਾਂ ਉਹ ਖੇਡ ਰਹੇ ਨੇ। ਇਹਨਾਂ ਵਿਚਾਰਿਆਂ ਰੋਗੀਆਂ ਨੂੰ ਫੜ ਕੇ ਅਸੀਂ ਕੀ ਕਰਨਾ ਚਾਹੁੰਦੇ? ਪਰ ਮੈਮ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਨਾ, ਨਿਗਾਰ ਆ ਚੁੱਕਿਆ ਹੈ, ਤੇ ਫਿਰ ਅੱਗੇ ਜਨਰੇਸ਼ਨ ਕੀ ਨਜ਼ਰ ਆ ਰਹੀ ਹੈ? ਲੱਗਦਾ ਹੈ ਕਿ ਬੱਚੇ ਇਹ ਪੈਦਾ ਕਰਨ ਦੇ ਵੀ ਸ਼ਮਤਾ ਹੋਣਗੀ ਇਹਨਾਂ ਦੇ ਵਿੱਚ? ਨਹੀਂ, ਇਹ ਬੜੀ ਸਪਸ਼ਟ ਚੀਜ਼ਾਂ 'ਚ ਆ ਚੁੱਕੀ ਹੈ ਕਿ ਜਿੰਨੀ ਛੋਟੀ ਉਮਰ ਵਿੱਚ ਨਸ਼ੇ ਵੱਲ ਤੁਰ ਜਾਓ, ਓਨਾ ਹੀ ਨਪੁੰਸਕ ਹੋਣ ਦੇ ਆਸਾਰ ਵੱਧ ਹੁੰਦੇ ਨੇ। ਇਹ ਬਿਲਕੁਲ ਸਾਬਤ ਹੋਏ ਤੱਥ ਨੇ। ਤੇ ਇਹਦੇ ਵਿੱਚ ਤਾਂ ਤੁਸੀਂ ਆਪ ਕਦੇ ਵੀ ਸਰਵੇ ਕਰਿਓ ਕਿਸ ਤਰ੍ਹਾਂ ਇਨਫਰਟੀਲਿਟੀ ਸੈਂਟਰਾਂ ਦੀ ਭਰਮਾਰ ਜਿਸ ਤਰੀਕੇ ਅਸੀਂ ਦੇਖ ਰਹੇ ਹਾਂ, ਤੇ ਕਿਵੇਂ ਭੀੜ ਲੱਗੀ ਵਾਰੀ ਨਹੀਂ ਆਉਂਦੀ, ਉਹ ਤੁਹਾਡੇ ਸਾਹਮਣੇ ਨੇ। ਜਗ ਜ਼ਾਹਰ ਦੇ ਵਿੱਚ ਕੋਈ ਲੁਕੀ ਗੱਲ ਨਹੀਂ। ਪਰ ਇੱਕ ਆਪਾਂ ਸਰਕਲ ਦੇ ਵਿੱਚ ਇਹ ਸਾਰਾ ਕੁਝ ਲੈ ਆਈਏ ਜੇ ਕਿ ਸਾਡੇ ਨੌਜਵਾਨ ਮੌਤਾਂ ਹੋ ਰਹੀਆਂ ਨੇ,
ਡਰੱਗ ਐਡਿਕਟ ਸਾਡੇ ਬੱਚੇ ਬਣ ਚੁੱਕੇ ਨੇ ਬਹੁਤ ਸਾਰੀ ਭਾਰੀ ਗਿਣਤੀ 'ਚ, ਜਿਹਦੇ ਵਿੱਚ ਸਾਡੀਆਂ ਬੇਟੀਆਂ ਸ਼ਾਮਲ ਹੋ ਚੁੱਕੀਆਂ, ਜਿਨ੍ਹਾਂ ਦੀਆਂ ਮਾਨਸਿਕ ਗੁੰਝਲਾਂ ਅਸੀਂ ਸੁਲਝਾ ਨਹੀਂ ਸਕਦੇ, ਉਹਨਾਂ ਦੇ ਅਸੀਂ ਮਾਪੇ ਦੋਸਤ ਨਹੀਂ ਬਣ ਸਕੇ ਕਿ ਉਹਨਾਂ ਨੂੰ ਸਹੀ ਰਾਹ ਦਿਖਾ ਸਕਣ। ਉਹਨਾਂ ਵਿੱਚੋਂ ਜਿਹੜੇ ਭਾਰੀ ਗਿਣਤੀ ਹਾਰਡ ਡਰੱਗ ਐਡਿਕਟਸ ਜਿਹੜੇ PGI ਤੇ ਏਮਸ ਦੀਆਂ ਰਿਪੋਰਟਾਂ ਛਪ ਚੁੱਕੀਆਂ, ਜਿਹੜੇ ਠੀਕ ਹੀ ਨਹੀਂ ਹੋ ਸਕਦੇ, ਉਹਨਾਂ ਵਿੱਚੋਂ ਅੱਗੋਂ HIV ਪੀੜਤ ਢੇਰ ਜੋ ਇਸ ਵੇਲੇ ਹੋ ਚੁੱਕਿਆ, ਫਿਰ ਅੱਗੋਂ ਨਪੁੰਸਕ, ਤੇ ਜਿਹੜੀ ਬਾਕੀ ਕਸਰ ਰਹਿ ਜਾਂਦੀ ਹੈ ਨਾ, ਅਸੀਂ ਪਤਾ ਕੀ ਕਰਦੇ ਹਾਂ, ਅਸੀਂ ਗੋਲੀਆਂ ਟੈਸਟੋਸਟੇਰੋਨ ਦੀਆਂ ਖਾ ਕੇ ਆਉਂਦੇ ਹਾਂ ਜੀ, ਸਾਡੇ ਤਾਂ ਹੋਣਾ ਹੀ ਮੁੰਡਾ ਚਾਹੀਦਾ ਜਿਸ ਨਾਲ ਮਾਂ ਵੀ ਕੈਂਸਰ ਨਾਲ ਮਰੇ ਤੇ ਬੱਚੇ ਜਦੋਂ ਜੰਮਦੇ ਨੇ ਉਹ ਹੀਜੜੇ ਹੋਣ। ਮੈਨੂੰ ਦੱਸ ਦਿਓ ਕਿ ਅਸੀਂ ਕਿਸ ਪਾਸੇ ਨੂੰ ਚਾਲੇ ਪਾ ਰਹੇ ਹਾਂ। ਤੇ ਜੇ ਕੋਈ ਵੀ ਅੱਜ ਰਾਜ ਕਰਨ ਵਾਲਾ ਸੋਚਦਾ ਹੈ ਮੈਂ ਅੱਖਾਂ ਮੀਟ ਕੇ ਆਪਣਾ ਸਮਾਂ ਟਪਾ ਲਵਾਂ, ਤਾਂ ਫਿਰ ਅੱਗੋਂ ਕਿਹਨਾਂ ਤੇ ਰਾਜ ਕਰਨਾ? ਇੱਥੇ ਰਾਜ ਕਰਨਾ ਲਾਸ਼ਾਂ ਤੇ ਤਾਂ ਨਹੀਂ ਨਾ। ਤੇ ਇੱਕ ਅਹਿਮ ਨੁਕਤਾ ਦੱਸ ਦਿਆਂ ਕਿ ਮੇਰਾ ਜੇ ਕੋਈ ਬਿਹਾਰ ਤੋਂ ਵੀਰ ਮੇਰੇ ਨਾਲ ਇੱਥੇ ਆ ਕੇ ਜੇ ਕੋਈ ਚੱਲ ਰਿਹਾ ਜਾਂ ਕੰਮ ਕਰ ਰਿਹਾ, ਜਾਂ UP ਤੋਂ ਮੇਰਾ ਕੋਈ ਵੀਰ ਜਾਂ ਭੈਣ ਇੱਥੇ ਆ ਕੇ ਮਿਹਨਤ ਕਰਕੇ ਕੁਝ ਹਾਸਲ ਕਰ ਰਿਹਾ, ਭਲਾ ਉਹ ਪੰਜਾਬੀ ਕਿਸੇ ਨੂੰ ਅਗਾਂਹ ਕਿਉਂ ਲਿਆਊਗਾ? ਜਦੋਂ ਗਿਣਤੀ ਉਹਨਾਂ ਦੀ ਵੱਧ ਹੋਏਗੀ, ਉਹਨੂੰ ਕਿਉਂ ਕੋਈ ਪੰਜਾਬੀ ਚਾਹੀਦਾ ਹੋਏਗਾ? ਮੈਂ ਵੀ ਕਿਤੇ ਹੋਰ ਜਾਵਾਂ ਜਿੱਥੇ ਮੇਰੇ ਨਾਲ ਦਿਆਂ ਦੀ ਗਿਣਤੀ ਵੱਧ ਹੋਏ, ਮੈਂ ਚਾਹਾਂਗੀ ਮੇਰੇ ਹੀ ਨਾਲ ਦਾ ਕੋਈ ਰਾਜ ਕਰੇ। ਤਾਂ ਕਿਉਂ ਨਾ ਕੱਲ ਬਿਹਾਰ ਤੋਂ ਆ ਕੇ ਇੱਥੇ ਕੋਈ ਚੀਫ ਮਿਨਿਸਟਰ ਬਣੇ, ਕੋਈ UP ਤੋਂ ਆ ਕੇ ਚੀਫ ਮਿਨਿਸਟਰ ਬਣੇ, ਜਿੱਥੇ 82% ਸਾਡੇ IAS IPS ਬਿਹਾਰ ਜਾਂ UP ਤੋਂ ਨੇ। ਸਾਡੇ ਸਾਰੇ ਗਲੀ ਮੁਹੱਲੇ ਜੇ ਕੋਈ ਹੱਡ ਭੰਨਵੀਂ ਮਿਹਨਤ ਰੇੜੀਆਂ ਤੋਂ ਲੈ ਕੇ, ਗੋਲ ਗੱਪਿਆਂ ਤੋਂ ਲੈ ਕੇ, ਜੁੱਤੀਆਂ ਗੰਢਣ ਤੋਂ ਲੈ ਕੇ, ਬਿਜਲੀ ਠੀਕ ਕਰਨੀ ਹੈ, ਤੁਸੀਂ ਸੀਵਰੇਜ ਦਾ ਕੰਮ ਕਰਨਾ, ਹਰ ਥਾਂ ਸਾਨੂੰ ਉਹ ਮਿਹਨਤ ਕਰਦੇ ਬਿਹਾਰ ਜਾਂ UP ਤੋਂ ਆਏ ਬੱਚੇ ਦਿਖਦੇ ਨੇ। ਤਾਂ ਕਿਉਂ ਕੱਲ ਨੂੰ ਰਾਜ ਨਹੀਂ ਕਰਨਗੇ? ਕਲੋਨੀਆਂ ਦੀਆਂ ਕਲੋਨੀਆਂ ਉਹਨਾਂ ਦੀਆਂ ਨੇ, ਜਿੱਥੇ ਸਾਡੇ ਪੰਜਾਬੀ ਖਾਲੀ ਘਰ ਛੱਡ ਕੇ ਬਾਹਰ ਉਹਨਾਂ 'ਚ ਤੁਰੇ ਨੇ। ਪਰ ਮੈਨੂੰ ਕੱਲ ਨੂੰ ਜਦੋਂ ਕੋਈ ਇਹ ਉਂਗਲ ਚੁੱਕ ਕੇ ਕਹਿੰਦਾ ਤੂੰ ਉਂਗਲ ਚੁੱਕਦੀਆਂ ਜਿਹੜੇ ਬਾਹਰ ਜਾ ਰਹੇ ਨੇ, ਮੈਂ ਉਹਨਾਂ ਤੋਂ ਇੱਕ ਜਵਾਬ ਪੁੱਛਦੀ ਹਾਂ ਕਿ ਜਿਹੜੇ ਬਾਹਰ ਗਏ ਨੇ ਕੀ ਉਹ ਪੰਜਾਬ ਵਾਪਸ ਛੱਡ ਗਏ? ਅੱਜ UP ਜਾਂ ਬਿਹਾਰ ਤੋਂ ਛੱਡ ਕੇ ਆਏ ਨੇ, ਬਿਹਾਰ ਸੁਰੱਖਿਅਤ ਹੈ, UP ਸੁਰੱਖਿਅਤ ਹੈ, ਉੱਥੇ ਉਹਨਾਂ ਦੀ ਗਿਣਤੀ ਨਹੀਂ ਘਟੀ। ਪਰ ਸਾਡੇ ਜਿਹੜੇ NRI ਵੀਰ ਭੈਣ ਗਏ ਨੇ, ਉਹ ਇੱਥੇ ਗਿਣਤੀ ਘਟਾ ਕੇ ਗਏ ਨੇ। ਉਹਨਾਂ ਦੇ ਘਰਾਂ ਵਿੱਚ ਜੇ ਅੱਜ 10 ਤੋਂ 10 ਬੱਚੇ ਦਿਖਦੇ ਨੇ ਜਾਂ 8 ਬੱਚੇ ਅਸੀਂ ਤਾਂ ਦੇਖਦੇ ਹਾਂ ਉਹਨਾਂ ਦੇ ਘਰਾਂ ਵਿੱਚ ਨੇ, ਤਾਂ ਸਾਡੇ ਕਿੰਨੇ ਪੰਜਾਬੀਆਂ ਦੇ ਘਰਾਂ ਵਿੱਚ 10 ਬੱਚੇ ਦਿਖਦੇ? ਹੁਣ ਤਾਂ ਉਹਨਾਂ ਦੇ ਘਰਾਂ ਦੀ ਰਾਖੀ ਕਰਨ ਵਾਸਤੇ ਵੀ ਇਹ UP ਬਿਹਾਰ ਦੇ ਬੰਦੇ ਛੱਡ ਕੇ ਜਾਂਦੇ ਸੋ ਗਿਣਤੀ ਸਾਡੀ ਸਗੋਂ ਘਟ ਰਹੀ ਹੈ। ਜੇ ਸਾਨੂੰ ਨਹੀਂ ਸਮਝ ਆ ਰਹੀ ਤਾਂ ਇਹ ਸਿਆਸਤਦਾਨ ਜ਼ਰਾ ਕਿ ਇੱਥੇ ਤਾਂ ਹੱਥ ਹੀ ਜੋੜ ਕੇ ਨਿਕਲਣ, ਕਿਉਂਕਿ ਉਹਨਾਂ ਦੇ ਅੱਗੋਂ ਬੱਚੇ ਜੋ ਉਮੀਦ ਵੀ ਰੱਖਦੇ ਨੇ ਇੱਥੇ ਰਾਜ ਕਰਨ ਯੋਗ ਨਹੀਂ ਰਹਿਣੇ, ਇੱਥੇ ਉਹੀ ਰਾਜ ਕਰਨਗੇ ਜਿਨ੍ਹਾਂ ਦੀ ਗਿਣਤੀ ਵੱਧੇ। ਔਰ ਮੈਮ ਜਿਵੇਂ ਮਾਨਸਿਕ ਤਣਾਅ ਦੀ ਤੁਸੀਂ ਗੱਲ ਕਰ ਰਹੇ ਸੀ, ਤਾਂ ਕੀ ਕਾਰਨ ਕੀ ਹੈ ਕਿ ਪੇਰੈਂਟਸ ਦਾ ਜਿਹੜਾ ਬੌਂਡ ਹੈ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ? ਜੋ ਪਹਿਲਾਂ ਇੱਕ ਪੇਰੈਂਟਸ ਔਰ ਬੱਚਿਆਂ ਦਾ ਬੌਂਡ ਹੁੰਦਾ ਸੀਗਾ, ਅਸੀਂ ਹੁਣ ਤੱਕ ਆਪਣੀ ਦੀ ਵੀ ਟਾਈਮ ਦੀ ਗੱਲ ਕਰ ਲਈ ਤਾਂ ਘੱਟੋ ਘੱਟ ਸਾਡੇ ਪੇਰੈਂਟਸ ਸਾਡੇ ਉੱਤੇ ਚੈੱਕ ਰੱਖਦੇ ਸੀਗੇ, ਤਾਂ ਕੀ ਉਹ ਚੀਜ਼ਾਂ ਹੁਣ ਖਤਮ ਹੋ ਰਹੀਆਂ ਔਰ ਇਸੇ ਦਾ ਹੀ ਜਿਹੜਾ ਸ਼ਿਕਾਰ ਹੈ ਬੱਚੇ ਹੁੰਦੇ ਨਜ਼ਰ ਆ ਰਹੇ ਨੇ? ਦੋ ਅਹਿਮ ਚੀਜ਼ਾਂ ਨੇ। ਦੇਖੋ ਗਗਨ, ਪਹਿਲੀ ਚੀਜ਼ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਕਿ ਮਾਪੇ ਆਪਣਾ ਰੋਲ ਨਹੀਂ ਨਿਭਾ ਰਹੇ। ਜਿਵੇਂ ਮੈਂ ਵਰਕਿੰਗ ਮਦਰਸ ਦੀ ਮੈਂ ਆਪ ਵੀ ਇੱਕ ਜਿਵੇਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਦੀ ਹਾਂ ਕਿ ਅਸੀਂ ਸ਼ਾਇਦ ਓਨਾ ਪੂਰਾ ਸਮਾਂ ਬੱਚਿਆਂ ਨੂੰ ਨਹੀਂ ਦੇ ਸਕਦੇ ਜਿੰਨਾ ਚਾਹੀਦਾ ਸੀ, ਜਾਂ ਜਿੰਨਾ ਪਹਿਲੀਆਂ ਮਾਵਾਂ ਜਾਂ ਦਾਦੀਆਂ ਨਾਨੀਆਂ ਦਾ ਸਾਂਝਾ ਟੱਬਰ ਜਿਸ ਤਰੀਕੇ ਉਹ ਦਿੰਦਾ ਸੀ, ਉਹ ਮੰਨਫੀ ਹੈ। ਉਸ ਤੋਂ ਬਾਅਦ ਜਾ ਕੇ ਜੇ ਅਸੀਂ ਆਪਣੇ ਮੋਬਾਈਲਾਂ ਜਾਂ ਇੰਟਰਨੈਟ 'ਚ ਵੜ ਜਾਂਦੇ ਹਾਂ ਤੇ ਉਹਨਾਂ ਦਾ ਉਹ ਸਮਾਂ ਵੀ ਕੀਮਤੀ ਖੋਹਨੇ ਹਾਂ, ਤਾਂ ਕਸੂਰਵਾਰ ਅਸੀਂ ਹਾਂ। ਪਰ ਇੱਕ ਅਹਿਮ ਦੂਜਾ ਨੁਕਤਾ ਜੋ ਅਸੀਂ ਸ਼ਾਇਦ ਨਜ਼ਰ ਅੰਦਾਜ਼ ਕਰ ਰਹੇ ਹਾਂ, ਅਸੀਂ ਬੱਚਿਆਂ ਨੂੰ ਇੱਕ ਰੇਸ 'ਚ ਸ਼ਾਮਲ ਕੀਤਾ। ਤੁਸੀਂ ਸਕੂਲ ਵਿੱਚ ਬੱਚੇ ਭੇਜੋਗੇ ਨਾ ਤਾਂ ਇੱਕੋ ਹੀ ਵਨ ਟਰੈਕ ਮਾਈਂਡ, ਤੂੰ ਇੰਨਾ ਪੜ੍ਹਨਾ, ਤੂੰ ਪਹਿਲੇ ਨੰਬਰ ਤੇ ਆਉਣਾ। ਪੇਰੈਂਟ ਟੀਚਰ ਮੀਟਿੰਗ 'ਚ ਭਾਈ ਇਹ ਬੱਚਾ ਕਮਜ਼ੋਰ ਹੈ, ਪਹਿਲੇ ਤੇ ਨਹੀਂ ਆ ਰਿਹਾ, ਟਿਊਸ਼ਨਾਂ ਲਾਓ। ਟਿਊਸ਼ਨਾਂ 'ਚ ਫਿਰ ਭਾਈ ਇੰਨੇ % ਨੰਬਰ ਤੂੰ ਇੰਨੇ ਲੈਣੇ ਨੇ, ਦੂਜੇ ਨੂੰ ਦੱਬ ਕੇ ਨਿਮਿੱਝ ਕੇ ਅਗਾਂਹ ਲੰਘਣਾ। ਹੁਣ ਉਸ ਤੋਂ ਉੱਪਰ ਫਿਰ ਪਿਓ ਦੀ ਮੇਰੀ ਸਿਫਾਰਿਸ਼ ਹੈ, ਮੈਂ ਇਸ ਤਰ੍ਹਾਂ ਕਹਿ ਕੇ ਇਹਦੇ ਨੰਬਰ ਅੱਗੇ ਲਵਾ ਦੇਣੇ। ਅਸੀਂ ਬੱਚਿਆਂ ਨੂੰ ਹਾਰਨਾ ਕਦੋਂ ਸਿਖਾਇਆ? ਤੁਹਾਨੂੰ ਲੱਗਦਾ ਜ਼ਿੰਦਗੀ ਬਿਲਕੁਲ ਸਮੂਥ ਕਦੇ ਸੜਕ ਤੁਰੀ? ਸਾਡੇ ਤਾਂ ਦਿਲ ਦੀ ECG ਵੀ ਨਹੀਂ ਉਸ ਤਰ੍ਹਾਂ ਤੁਰਦੀ ਕਿ ਸਿੱਧੀ ਲਾਈਨ ਆ ਜਾਏ ਤੇ ਮੌਤ ਜੇ। ਜ਼ਿੰਦਗੀ ਉਤਾਰ ਚੜਾਅ ਦਾ ਨਾਂ ਹੈ। ਸਾਡੇ ਬੱਚਿਆਂ ਨੂੰ ਉਤਾਰ ਤਾਂ ਅਸੀਂ ਸਿਖਾਇਆ ਹੀ ਨਹੀਂ। ਕਾਕਾ, ਹਾਰਨਾ ਇੱਕ ਜ਼ਿੰਦਗੀ ਦਾ ਅਹਿਮ ਰੰਗ ਹੈ। ਉਹੀ ਜਿਹੜੀ ਤੁਹਾਨੂੰ ਸਿਖਾਏਗੀ ਚੀਜ਼ ਕਿ ਤੁਸੀਂ ਅਗਾਂਹ ਦੀਆਂ ਔਕੜਾਂ ਕਿਵੇਂ ਸਰ ਕਰਨੀਆਂ।
ਜਦੋਂ ਤੱਕ ਅਸੀਂ ਬੱਚਿਆਂ ਨੂੰ ਸਿਰਫ ਤੇ ਸਿਰਫ ਇੱਕ ਜਿੱਤ ਦਾ ਮੰਤਰ ਹੀ ਸਿਖਾਣਾ, ਜਿੱਤੋ ਜਿੱਤੋ ਤੇ ਦੂਜਿਆਂ ਨੂੰ ਮਿੱਝ ਕੇ ਜਿੱਤੋ, ਨਾ ਤਾਂ ਉਹ ਬੱਚਾ ਆਪਣੇ ਦੋਸਤਾਂ ਨਾਲ ਉਹ ਸਾਂਝ ਗੰਢ ਸਕਿਆ ਜਿੱਥੇ ਉਹਨੇ ਸਗੋਂ ਬੱਚੇ ਨਾਲ ਦੇ ਦੀ ਸੱਟ ਵੱਜੇ ਤੇ ਸਗੋਂ ਦੌੜ ਕੇ ਨਾਲ ਜਾਣਾ ਸੀ ਕਿ ਇਹਨੂੰ ਪੀੜ ਹੋਈ, ਇਹ ਮੇਰਾ ਦੋਸਤ ਹੈ ਜੀ। ਅਸੀਂ ਉਹ ਖੇਡਾਂ ਵੀ ਖੋਹ ਲਈਆਂ। ਹੁਣ ਉਹਨਾਂ ਦੀ ਉਹ ਸਾਂਝ, ਜਿੱਥੋਂ ਉਹਨਾਂ ਨੇ ਅਸਲ ਨਿਮਰਤਾ, ਜਿੱਥੋਂ ਉਹਨਾਂ ਨੇ ਅੱਗੋਂ ਸਿੱਖਣਾ ਸੀ ਕਿ ਦੂਜੇ ਦੀ ਮਦਦ ਕਿਵੇਂ ਕਰਨੀ ਹੈ, ਉਹ ਨਹੀਂ ਆਂਦਾ ਉਹਨਾਂ ਨੂੰ। ਉਹਨਾਂ ਨੂੰ ਸਿਰਫ ਇਹੀ ਆਂਦਾ, ਮੈਂ, ਮੇਰਾ ਰੁਤਬਾ, ਮੇਰਾ, ਯਾਨੀ ਉਹ ਚੀਜ਼ਾਂ ਜੋ ਕੂੜ ਨੇ ਨਹੀਂ ਰਹਿਣੀਆਂ, ਉਹ ਸੀਮਤ ਉੱਥੇ ਤੱਕ ਹੋ ਗਏ ਨੇ। ਇਹੀ ਕਾਰਨ ਹੈ ਕਿ ਤੁਸੀਂ ਫੇਸਬੁੱਕਾਂ ਤੇ ਜੇ ਇੱਕ ਵੀ ਵਾਰ ਕੋਈ ਆਹ ਕਰ ਦਵੇ, ਬੱਚੇ ਖੁਦਕੁਸ਼ੀਆਂ ਕਰ ਜਾਂਦੇ ਨੇ, ਡਰੱਗਸ ਸ਼ੁਰੂ ਕਰ ਦਿੰਦੇ ਨੇ, ਇਹ ਨਹੀਂ ਜਰਿਆ ਜਾਂਦਾ। ਜਦ ਕਿ ਇਹ ਇੱਕ ਨਾਰਮਲ ਰੂਟੀਨ ਹੋਣੀ ਚਾਹੀਦੀ ਸੀ ਕਿ ਕਾਕਾ, ਜੇ ਕੋਈ ਪੀਰ ਪੈਗੰਬਰ 100% ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕਿਆ ਤਾਂ ਤੁਸੀਂ ਕੀ ਸ਼ੈ ਹੋ ਜੀ। ਸੋ ਉਹ ਚੀਜ਼ਾਂ ਦਾ ਅਸੀਂ ਜੋ ਕੂੜ ਜਾਂ ਮਿੱਟੀ 'ਚ ਹੋ ਜਾਣ ਵਾਲੀਆਂ ਉਹਨਾਂ ਚੀਜ਼ਾਂ ਦੇ ਲਈ ਪੂਰਕ ਬਣਾਉਣ ਲਈ ਬੱਚੇ ਤਿਆਰ ਕਰ ਰਹੇ ਹਾਂ, ਇੱਕ ਰੇਸ ਵਿੱਚ ਸ਼ਾਮਲ ਕਰ ਰਹੇ ਹਾਂ ਉਹਨਾਂ ਦੇ। ਨਾ ਤਾਂ ਅਸੀਂ ਜੋ ਅਸਲ ਸਿੱਖਿਆ ਦੇਣ ਦੀ ਲੋੜ ਸੀ ਜਿਹਦੇ ਵਿੱਚ ਮੁਲਕ ਪ੍ਰਤੀ ਪ੍ਰੇਮ ਹੁੰਦਾ, ਮਨਫੀ ਜੇ ਮੈਨੂੰ ਤੁਸੀਂ ਗਗਨ, ਅੱਜ ਤੁਸੀਂ ਤੇ ਮੈਂ ਨਿਕਲਦੇ ਹਾਂ, ਪੁੱਛ ਕੇ ਮੈਨੂੰ ਦੱਸਿਓ ਕਿ ਜੇ ਲੋਕਾਂ ਨੂੰ ਇਸ ਵੇਲੇ ਬਹੁਤੇ ਬੱਚਿਆਂ ਨੂੰ, ਮੈਂ ਤਾਂ ਹਰ ਸਕੂਲ ਵਿੱਚ ਜਾ ਕੇ ਪੁੱਛਦੀ ਹਾਂ, 26 ਜਨਵਰੀ ਤੇ 15 ਅਗਸਤ ਦਾ ਫਰਕ ਨਹੀਂ ਜੇ ਪਤਾ ਹੋਊਗਾ, ਕਿਉਂਕਿ ਅਸੀਂ ਇੱਕ ਸੀਮਤ ਗੱਲ ਕਰ ਲਈ ਕਿ ਜੋ ਵੀ ਕੁਝ ਕਰਨਾ 15 ਅਗਸਤ ਤੱਕ ਸੀਮਤ ਹੈ। ਤੁਸੀਂ ਅੱਜ ਖੜਾ ਕਰ ਲਓ ਕਿ ਇੱਕ ਫਲਾਣੇ ਹੀਰੋ ਦੇ ਮੋਢੇ ਦੇ ਉੱਤੇ ਪੀੜ ਹੋਈ ਹੈ, ਜੇ ਨਾ 24 ਘੰਟੇ ਪੂਰਾ ਮੇਨ ਸਟ੍ਰੀਮ ਮੀਡੀਆ ਉੱਥੇ ਹੀ ਖੜਾ ਹੋ ਗਿਆ, ਤੇ ਦੂਜੇ ਪਾਸੇ ਮੈਨੂੰ ਦੱਸਿਓ ਕਿ ਇੱਕ ਸ਼ਹੀਦ ਦੇ ਸਾਡੇ ਜਦੋਂ ਆਂਦਾ ਵਾਪਸ ਉਸ ਸਰੀਰ ਦੇ ਲਈ ਕਿੰਨੇ ਸਕੂਲ ਆਪਣੇ ਸ਼ਾਮ ਨੂੰ ਬੰਦ ਹੋ ਕੇ ਕਹਿੰਦੇ ਨੇ ਬੱਚਿਆਂ ਨੂੰ ਉੱਥੇ ਜਾਓ, ਕਿਉਂਕਿ ਇਹ ਵੀ ਹੀਰੋ ਸੀ, ਜਦ ਕਿ ਅਸਲ ਹੀਰੋ ਉਹ ਨੇ। ਗਲਵਾਨ ਘਾਟੀ 'ਚ ਸਾਡਾ ਇੱਕ ਵੀਰ ਜਿਹਨੇ 6 ਬੰਦਿਆਂ ਨੂੰ, ਪੰਜਾਬੀ ਹੋਈ ਸੀ ਨਾ ਜੀ, ਸੌਖਾ ਨਹੀਂ ਉਸ ਠੰਡ ਦੇ ਵਿੱਚ ਜਕੜ ਕੇ ਉਹਨੂੰ ਬਾਹਾਂ 'ਚ ਮਾਰ ਦੇਣਾ, ਝਟਕਾ ਦੇਣਾ, ਮਜ਼ਾਕ ਹੈ ਕੋਈ? ਕਿੰਨੇ ਬੱਚੇ ਨੇ ਜਿਨ੍ਹਾਂ ਨੂੰ ਉਸ ਦੀ ਜ਼ਿੰਦਗੀ ਬਾਰੇ ਪਤਾ ਹੋਏ ਜਾਂ ਉਹਨਾਂ ਨੂੰ ਚਾਹ ਵੀ ਹੋਵੇ ਵੀ ਮੈਂ ਸਿੱਖਾਂ, ਇਹੋ ਜਿਹੇ ਵੀ ਸਨ ਜੀ। ਤੁਸੀਂ ਹੁਣੇ ਪੁੱਛ ਲਓ ਕਿ ਸਾਡਾ ਫਲਾਣਾ ਹੀਰੋ ਨੰਬਰ 1 ਇਹ ਕਿਹੜੇ ਗਾਣੇ 'ਚ ਸੀਗਾ, ਕਿਸ ਤਰੀਕੇ ਦੇ ਨਾਲ ਸੀ, ਹਰ ਇੱਕ ਚੀਜ਼ ਰਟੀ ਹੋਏਗੀ। ਸੋ ਕਿੱਥੇ ਗਲਤੀ ਏ ਸਿੱਖਿਆ ਦੇ ਵਿੱਚ? ਇਹ ਚੀਜ਼ ਮਨਫੀ ਜੇ, ਜਿੰਨੀ ਮਰਜ਼ੀ ਤੁਸੀਂ ਸਿੱਖਿਆ ਨੂੰ ਕਹਿ ਦਿਓ ਅਸੀਂ ਤਬਦੀਲੀ ਲਿਆਉਣੀ ਹੈ, ਪਰ ਜਦ ਤੱਕ ਇਹ ਚੀਜ਼ ਅਸੀਂ ਸਾਡੇ ਦੇਖੋ ਨਾ ਹੁਣ NRI ਜਾ ਕੇ ਵੇਖੋ ਕਿ ਉਹ ਆਪਣੇ ਝੰਡੇ ਨੂੰ, ਅਮਰੀਕਾ ਦੇ ਝੰਡੇ ਨੂੰ ਕਿਸ ਤਰੀਕੇ ਟਰੀਟ ਕਰਦੇ ਨੇ। ਤੁਸੀਂ ਇੱਥੇ ਗੱਲ ਕਰਕੇ ਵੇਖ ਲਓ, 15 ਅਗਸਤ ਤੋਂ ਬਾਅਦ ਜਿਵੇਂ ਸੜਕਾਂ ਤੇ ਰੁਲੇ ਝੰਡੇ ਨੇ, ਦਿਲ ਰੋਂਦਾ ਕਿ ਇਹੀ ਸੀ ਨਾ, ਇਸੇ ਨੂੰ ਖੜਾ ਕਰਨ ਲਈ ਸਾਡੇ ਆਜ਼ਾਦੀ ਕਿੰਨੀ ਕੁ ਔਖੀ ਲਈ ਗਈ ਸੀ। ਸੋ ਇਹ ਚੀਜ਼ਾਂ ਕਿਉਂ ਸਾਡੇ ਬੱਚਿਆਂ ਵਿੱਚ ਨਹੀਂ ਇਨਗ੍ਰੇਨ ਹੋਈਆਂ? ਕਿਉਂਕਿ ਅਸੀਂ ਰੇਸ 'ਚ ਸ਼ਾਮਲ ਕਰਤਾ, ਦੌੜੋ ਪਹਿਲਾ ਨੰਬਰ। ਤੇ ਕਿਉਂ? ਕਿਉਂਕਿ ਤੁਹਾਡਾ ਸਾਰਾ ਕੁਝ ਉੱਥੇ ਸੀਮਤ ਜੇ, ਜਿੰਨਾ ਉੱਚਾ ਤੁਹਾਡੇ ਕੋਲ ਜਿੰਨਾ ਪੈਸਾ ਹੋਏਗਾ ਤੁਹਾਡੀ ਪਛਾਣ ਉਹਦੇ ਨਾਲ ਹੈ, ਤੁਹਾਡੀ ਜਿੰਨੀ ਵੱਡੀ ਕਾਰ ਹੋਏਗੀ, ਜਿੰਨੇ ਵਧੀਆ ਕੱਪੜੇ ਹੋਣਗੇ, ਉਹੀ ਜੇ ਤੁਹਾਡੀ ਪਛਾਣ। ਉਹੀ ਕਾਰਨ ਜੇ ਅਸੀਂ ਕਹਿੰਦੇ ਹਾਂ ਕਿ ਆਹ ਕੰਮ ਕਰਨ ਵਾਲਾ ਨੀਵਾਂ ਜੇ। ਕਿਉਂ ਗਿਣਦੇ ਹਾਂ ਕੀਰਤਨੋਂ ਨੀਵਾਂ? ਇਹੀ ਕੰਮ ਜਦੋਂ ਸਾਡੇ ਪਰਲੇ ਮੁਲਕ, ਦੂਸਰੇ 'ਚ ਮੁਲਕੇ 7 ਸਮੁੰਦਰੋਂ ਪਾਰ ਇਹੀ ਕੰਮ ਕਰਦਿਆਂ ਮਾੜਾ ਨਹੀਂ ਲੱਗਦਾ ਉਹਨਾਂ ਨੂੰ, ਕਿਉਂਕਿ ਅਸੀਂ ਇੱਥੇ ਉਹਨਾਂ ਦੀ ਸੋਚ ਵਿਗਾੜੀ ਹੋਈ। ਅਖੀਰ ਦੇ ਵਿੱਚ ਮੈਮ, ਜਿਵੇਂ ਆਪਾਂ ਸ਼ੁਰੂਆਤ ਜਿਸ ਟੌਪਿਕ ਤੋਂ ਕੀਤੀ ਸੀਗੀ, ਬੱਚਿਆਂ ਦੀ ਹਾਰਟ ਅਟੈਕ ਦੇ ਨਾਲ ਮੌਤਾਂ ਹੋ ਰਹੀਆਂ ਨੇ, ਪ੍ਰੀਵੈਂਸ਼ਨ ਹੈ ਕੁਝ ਇਸ ਦੀ? ਕਿਸੇ ਤਰੀਕੇ ਨਾਲ ਬਚਾਇਆ ਜਾ ਸਕਦਾ ਇਹਨਾਂ ਬੱਚਿਆਂ ਨੂੰ? ਜਿਹੜੇ ਮਾਪੇ ਵੀ ਆਪਣਾ ਸੁਪਨਾ ਸਜਾਈ ਬੈਠੇ ਨੇ ਕਿ ਅਸੀਂ ਬੱਚਿਆਂ ਨੂੰ ਬਾਹਰ ਜਾ ਕੇ ਪੜ੍ਹਾਉਣਾ ਹੈ, ਤਾਂ ਕੀ ਇਹਨਾਂ ਨੂੰ ਬਚਾਇਆ ਜਾ ਸਕਦਾ? ਬਿਲਕੁਲ ਜੀ, ਬਿਲਕੁਲ ਬਚਾਇਆ ਜਾ ਸਕਦਾ। ਦੇਖੋ ਇਸ ਵੇਲੇ ਜੋ ਅਹਿਮ ਨੁਕਤਾ ਮੈਂ ਤੁਹਾਨੂੰ ਦੱਸਦੇ ਹਾਂ, ਜੋ ਸਾਡੇ ਨਜ਼ਰ ਅੰਦਾਜ਼ ਹੋ ਰਿਹਾ ਜੇ, ਜੋ ਬਹੁਤੇ ਮੇਰਾ ਖਿਆਲ ਮੇਨ ਸਟ੍ਰੀਮ ਮੀਡੀਆ ਨਹੀਂ ਚੁੱਕ ਰਹੇ, ਕਾਰਨ ਇਹ ਕਿ ਅਸੀਂ ਮਜ਼ਦੂਰ ਬਾਹਰ ਭੇਜ ਰਹੇ ਹਾਂ। 12ਵੀਂ ਜਮਾਤ ਕਰੋ ਤੇ ਦੌੜ ਜਾਓ, ਤੇ ਇਹ ਚੰਗਾ ਲੱਗਦਾ ਉਹਨਾਂ ਨੂੰ ਕਿ ਸਾਡੇ ਯੂਰਪ ਦੇ ਵਿੱਚ ਵੀ, ਸਾਡੇ ਕੈਨੇਡਾ 'ਚ, ਅਮਰੀਕਾ 'ਚ, ਦੁਬਈ 'ਚ, ਹੁਣ ਦੁਬਈ ਵਿੱਚ 80%, ਥੋੜਾ ਨਹੀਂ ਅਮਾਊਂਟ, 80% ਸਾਡੇ ਇੱਥੋਂ ਦੇ ਬੱਚੇ 12ਵੀਂ ਪਾਸ ਕਰਕੇ, ਜਾਂ ਪਾਕਿਸਤਾਨ ਤੋਂ ਬੱਚੇ ਉੱਥੇ ਉਹ ਸਿਰਫ ਹੱਡ ਭੰਨਵੀਂ ਮਿਹਨਤ ਕਰ ਰਹੇ ਨੇ, ਮਜ਼ਦੂਰੀ ਕਰ ਰਹੇ ਨੇ। ਉਹ ਬਾਹਰਲਾ ਮੁਲਕ ਹੈ, ਲੱਗਦਾ ਇੰਡੀਆ ਪਾਕਿਸਤਾਨ ਦੇ ਲੋਕ ਨੇ, ਕਿਉਂਕਿ ਉਹ ਸਾਰੇ ਮਜ਼ਦੂਰ ਚਾਹੀਦੇ ਨੇ ਇਹਨਾਂ ਮੁਲਕਾਂ ਨੂੰ। ਉਹ ਕਹਿੰਦੇ ਨੇ, ਪ੍ਰਮੋਟ ਕਰਦੇ ਨੇ, ਕਰੋ ਆਈਲੈਟਸ, ਅਸੀਂ ਹੋਰ ਤੁਹਾਡੇ ਲਈ ਆ ਕਾਨੂੰਨ ਢਿੱਲੇ ਪਾ ਰਹੇ ਹਾਂ, ਆਓ ਮਜ਼ਦੂਰੀ ਕਰੋ। ਕਿਉਂਕਿ ਉਹਨਾਂ ਨੂੰ ਡਰ ਏ, ਜੇ ਪੜ੍ਹ ਲਿਖ ਕੇ ਇਹ ਆ ਗਏ, ਇਹ ਅਫਸਰ ਲੱਗਣਗੇ, ਕੱਲ ਨੂੰ ਹੱਕਾਂ ਬਾਰੇ ਜਾਗਰੂਕ ਹੋਣਗੇ।
ਅੰਤਰਰਾਸ਼ਟਰੀ ਪੱਧਰ ਤੇ ਜੇ ਇਹ ਨਾਮਣਾ ਖੱਟ ਗਏ ਤਾਂ ਫਿਰ ਇਹ ਵਰਲਡ ਵਾਰ 1 ਚ ਵੀ ਛਾਏ ਸੀ, ਤੇ ਅੱਜ ਦੀ ਦੁਨੀਆ 'ਚ ਜੇ ਇਹ ਛਾ ਗਏ ਤਾਂ ਫਿਰ ਇਹ ਪ੍ਰਧਾਨ ਸਾਡੀਆਂ ਮੁਲਕਾਂ ਦੇ ਉੱਤੇ ਆ ਕੇ ਬਣ ਜਾਣਗੇ। ਉਹਨਾਂ ਨੂੰ ਨਹੀਂ ਚਾਹੀਦਾ। ਸੋ ਉਹਨਾਂ ਨੇ ਪ੍ਰੇਰਿਤ ਕਰਨਾ, ਆਓ 12ਵੀਂ ਪਾਸ ਕਰਕੇ ਮਜ਼ਦੂਰੀ ਕਰੋ। ਸੋ ਜੇ ਸਾਡੇ ਬੱਚਿਆਂ ਨੂੰ ਸਮਝ ਆ ਜਾਏ ਕਿ ਕੁਝ ਬਣ ਕੇ ਜਾਓ, ਅਫਸਰ ਲੱਗੋ, ਫਿਰ ਦੇਖੋ ਉਹ ਮੁਲਕਾਂ ਨੂੰ ਕਿਵੇਂ ਸਰ ਕਰਨਗੇ। ਕਿਉਂਕਿ ਸਾਡੇ ਬੱਚੇ ਬਹੁਤ ਹੱਡ ਭੰਨਵੀਂ ਮਿਹਨਤ ਕਰਦੇ, ਬਹੁਤ ਮਿਹਨਤੀ ਨੇ, ਇਹਨਾਂ ਦੇ ਜੈਨੇਟਿਕ ਇਹੀ ਚੀਜ਼ ਫੀਡ ਹੋਈ ਹੈ, ਮਿਹਨਤ ਕਰਨਾ। ਕੋਈ ਸਾਡਾ ਬੱਚਾ ਚੋਰੀ ਚਕਾਰੀ 'ਚ ਨਹੀਂ ਜਾ ਰਿਹਾ। ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੂੰ ਦਿਖਦਾ ਗਿਣਤੀ ਵਧੀ, ਇਹਨਾਂ ਨੂੰ ਡਰੱਗਸ ਵੱਲ ਪਾ ਦਿਓ। ਸੋ ਸਾਡੇ ਬੱਚਿਆਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਅਸੀਂ ਮਜ਼ਦੂਰ ਬਣ ਕੇ ਨਹੀਂ, ਅਫਸਰ ਬਣ ਕੇ ਜਾਈਏ। ਪੰਜਾਬ ਵਿੱਚ ਵੀ IAS IPS ਜੱਜ, ਵਕੀਲ, ਡਾਕਟਰ, ਇੰਜੀਨੀਅਰ ਕਿਉਂ ਨਾ ਬਣਨ, ਇਹ ਬੱਚੇ ਜ਼ਰੂਰ ਬਣਨ। ਸੋ ਇਹ ਪਾਸਾ ਜੇ ਅਸੀਂ ਕਿਤੇ ਦਿਖਾ ਗਏ ਆਪਣੇ ਬੱਚਿਆਂ ਨੂੰ ਕਿ ਜ਼ਰੂਰ ਜਾਓ ਬਾਹਰ, ਪਰ ਆਪਣੇ ਕੁਛ ਰੁਤਬਾ ਹਾਸਲ ਕਰਕੇ ਆਪਣੀ ਉਸ ਤਰ੍ਹਾਂ ਦੇ ਤਰੀਕੇ ਜਾਓ ਜਿੱਥੇ ਤੁਸੀਂ ਉਹਨਾਂ ਦੇ ਨੀਵੇਂ ਨਹੀਂ ਲੱਗਣਾ। ਬਿਲਕੁਲ, ਕਿਉਂਕਿ ਬਾਹਰ ਵੀ ਜੇ ਅਸੀਂ ਝਾਤ ਮਾਰਦੇ ਹਾਂ, ਬੱਸ ਸਟੈਂਡ ਹੋਵੇ, ਰੇਲਵੇ ਸਟੇਸ਼ਨ ਹੋਵੇ, ਆਇਲਸ ਦੇ ਹੀ ਬੋਰਡ ਨਜ਼ਰ ਆਉਂਦੇ ਨੇ। ਇਹ ਨਹੀਂ ਕਦੀ ਅਸੀਂ ਦੇਖਣ ਨੂੰ ਹੁਣ ਮਿਲਿਆ ਕਿ IAS PCS ਦੀ ਕੋਚਿੰਗ ਇੱਥੇ ਦਿੱਤੀ ਜਾਂਦੀ ਹੈ। ਤਾਂ ਖਤਮ ਹੀ ਹੋ ਗਏ ਨੇ। ਬਿਲਕੁਲ। ਸੋ ਤਾਂ ਕਿ ਉੱਥੇ ਜਾ ਕੇ ਧੱਕੇ ਸਹਾਰਨ ਜੋਗੇ ਹੋਣ, ਉਹ ਡਰੱਗਸ 'ਚ ਨਾ ਪੈਣ, ਸਗੋਂ ਉਹਨਾਂ ਨੂੰ ਦਿਸੇ ਕਿ ਅਸੀਂ ਆਪਣੇ ਮੁਲਕ ਦਾ ਨਾਂ ਉੱਚਾ ਕਰ ਰਹੇ ਹਾਂ ਦੁਨੀਆ ਭਰ ਵਿੱਚ, ਤੇ ਅਸੀਂ ਚੋਟੀ ਦੇ ਇੱਥੇ ਵੀ ਜਿਵੇਂ ਸਾਡੇ ਸਾਇੰਸਦਾਨ ਨੇ ਚੋਟੀ ਦੇ, ਡਾਕਟਰ ਨੇ ਚੋਟੀ ਦੇ, ਇੰਜੀਨੀਅਰ ਉੱਥੇ ਪਹੁੰਚੇ ਹੋਏ ਨੇ। ਬਿਲਕੁਲ ਇਸੇ ਤਰ੍ਹਾਂ ਇਹ ਗਿਣਤੀ ਜਦੋਂ ਵਧੇਗੀ ਉਹਨਾਂ ਮੁਲਕਾਂ ਨੂੰ ਖਤਰਾ ਲੱਗੇਗਾ। ਸੋ ਸਾਨੂੰ ਲੋੜ ਹੈ ਕਿ ਸਾਡੇ ਦੇਖੋ ਨਾ ਉਹਨਾਂ ਦੇ ਪੋਲੀਟੀਕਲ ਜਿਹੜੇ ਹੈਗੇ ਨੇ ਸਾਡੇ ਹੀ ਬੰਦੇ ਜੋ ਪੰਜਾਬ ਦੇ ਜਿਨ੍ਹਾਂ ਦਾ ਪਿਛੋਕੜ ਹੈ, ਜਦੋਂ ਜਾਂਦੇ ਨੇ ਕਿਆ ਕਮਾਲ ਦੀਆਂ ਉੱਥੇ ਉਹ ਸਿਰਜਦੇ ਨੇ ਇਤਿਹਾਸ। ਸੋ ਇਹ ਗੱਲ ਨਹੀਂ ਹੈ ਕਿ ਪੰਜਾਬੀ ਮਿਹਨਤੀ ਨਹੀਂ, ਜਿੱਥੇ ਵੀ ਜਾਣਗੇ ਉਹ ਫਤਿਹ ਦਾ ਝੰਡਾ ਲਹਿਰਾਉਂਦੇ ਨੇ। ਸਿਰਫ ਗੱਲ ਇਹ ਹੈ ਕਿ ਅੱਗੋਂ ਅਗਵਾਈ ਦੇਣ ਕਿ ਸਾਡੇ ਬੱਚੇ ਮਜ਼ਦੂਰ ਨਾ ਹੁਣ ਬਣ ਕੇ ਜਾਣ। ਉਹ ਜਦੋਂ ਇਸ ਹਾਲ ਵਿੱਚ ਜਾਂਦੇ ਨੇ, ਧੱਕਾ ਲੱਗਦਾ, ਡਰੱਗਸ ਵੱਲ ਜਾਂਦੇ ਨੇ ਜਾਂ ਤੇਜ਼ ਕਾਰਾਂ ਚਲਾਉਂਦੇ ਨੇ, ਸ਼ਰਾਬਾਂ ਪੀਂਦੇ ਨੇ। ਮੈਂ ਹਰ ਇੱਕ ਦੀ ਗੱਲ ਨਹੀਂ ਕਰ ਰਹੀ, ਪਰ ਜਿੰਨੇ ਵੀ ਇਸ ਪਾਸੇ ਨੂੰ ਜਾਂਦੇ ਨੇ ਉਹਨਾਂ 'ਚ ਛੇਤੀ ਮੌਤ ਨੂੰ ਫਿਰ ਗੱਲ ਲਾ ਲੈਂਦੇ ਨੇ। ਇਹ ਸਾਨੂੰ ਜ਼ਰੂਰ ਬਚਾਉਣਾ ਚਾਹੀਦਾ। ਮੈਮ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਣਾ ਸਮਾਂ ਦੇਣ ਦੇ ਲਈ। ਤਾਂ ਡਾਕਟਰ ਹਰਸ਼ਿੰਦਰ ਕੌਰ ਹੋਣੀ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਅੱਜ ਦੀ ਨੌਜਵਾਨ ਪੀੜ੍ਹੀ ਬਾਰੇ, ਔਰ ਜਿਸ ਤਰੀਕੇ ਦੇ ਨਾਲ ਜੋ ਖਬਰਾਂ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਸੁਣਨ ਨੂੰ, ਦੇਖਣ ਨੂੰ ਮਿਲਦੀਆਂ ਸੀ, ਤਾਂ ਉਸ ਬਾਬਤ ਜਾਣਕਾਰੀ ਹਾਸਲ ਕੀਤੀ ਹੈ। ਤੁਹਾਨੂੰ ਇਹ ਪੂਰੀ ਗੱਲਬਾਤ ਕਿਵੇਂ ਲੱਗੀ, ਤੁਸੀਂ ਆਪਣੀ ਰਾਏ ਜੋ ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਕੈਮਰਾਮੈਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV।